ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਵਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਮੰਦੋਂ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਾਜ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਮਾਣਕ ਹੋਏ ਸੋ ਮਰ ਤੋ ਨਾਹੀ, ਲੈ ਆਵਹੋ ਤਿਸ ਕੋ ਹਮ ਪਾਹੀ। ਸੁਣ ਮਾਨਕ ਕੋ ਲਿਆਏ ਨਿਕਾਸ, ਧਰਿਓ ਆਨ ਕਰ ਸਤਿਗੁਰ ਪਾਸ। ਮਾਣਕ ਹੋਏ ਸੋ ਮਰ ਤੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਗੁਰੂ ਨਾਨਕ ਜੋਤ ਦੇ ਤੀਜੇ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ। ਬਿਆਸਾ ਨਦੀ ਦੇ ਕਿਨਾਰੇ ਤੇ ਗੋਇੰਦਵਾਲ ਦੀ ਪੁਰੀ ਗੁਰੂ ਅੰਗਦ ਦੇਵ ਸਾਹਿਬ ਦੇ ਹੁਕਮ ਦੇ ਨਾਲ ਵਸਾ ਕੇ ਸਾਹਿਬ ਗੁਰੂ ਨਾਨਕ ਦੀ ਗੁਰਗੱਦੀ ਦਾ ਤਖਤ ਉੱਥੇ ਸੋਭਨੀਕ ਕਰਕੇ ਆਪ ਜੀ ਸੋਭਨੀਕ ਹੋਏ ਨੇ। ਤਖਤ ਤੇ ਬਿਰਾਜਮਾਨ ਹੋ ਕੇ ਬਖਸ਼ਿਸ਼ਾਂ ਕਰ ਰਹੇ ਨੇ। ਸਭ ਤੋਂ ਵੱਡਾ ਸਤਿਗੁਰੂ ਨਾਨਕ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਆਪ ਜੀ ਵਰਤਾ ਰਹੇ ਹਨ। ਤੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਜਿੱਥੇ ਅਨੇਕਾਂ ਹੀ ਆਣ ਕਰਕੇ ਸਿੱਖ ਵਰਸਾਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦਾ ਇਹ ਪੱਕਾ ਨਿਯਮ ਬਣਾ ਦਿੱਤਾ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਵਿੱਤਰ ਜਿਹੜਾ ਹੈ ਅਟੁੱਟ ਲੰਗਰ ਚੱਲਦਾ ਹੈ। ਤੇ ਹੁਕਮ ਕੀਤਾ ਕਿ ਸਾਹਿਬ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਾਂਝਾ ਉਪਦੇਸ਼ ਹੈ ਸਮੁੱਚੀ ਮਨੁੱਖਤਾ ਨੂੰ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਗੁਰੂ ਦੀ ਸੰਗਤ, ਗੁਰੂ ਦੀ ਪੰਗਤ ਦਾ ਨਿਯਮ ਪਰਪੱਕ ਕੀਤਾ ਹੈ। ਜਿੱਥੇ ਗੁਰਮੁਖ ਨਾਮਦਾਨ ਇਸ਼ਨਾਨ ਦੀ ਦ੍ਰਿੜਤਾ ਕਰਾਈ ਹੈ, ਉੱਥੇ ਹਜ਼ੂਰ ਪਾਤਸ਼ਾਹ ਜੀ ਨੇ
ਊਚ ਨੀਚ ਦਾ ਭੇਦ ਮਿਟਾ ਕਰਕੇ ਸਾਂਝੀ ਵਾਲਤਾ ਦਾ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਨਿਯਮ ਹੀ ਬਣਾ ਦਿੱਤਾ ਹੈ ਕਿ ਜਿਹੜਾ ਸਤਿਗੁਰੂ ਦੇ ਲੰਗਰ ਵਿੱਚੋਂ ਲੰਗਰ ਛਕੇ, ਭਾਵੇਂ ਕੋਈ ਵੱਡਾ ਤੇ ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਸਧਾਰਨ ਤੇ ਭਾਵੇਂ ਕੋਈ ਧਰਮੀ ਹੋਵੇ, ਭਈ ਜਿਹੜਾ ਗੁਰੂ ਦੇ ਲੰਗਰ 'ਚ ਬੈਠ ਕੇ ਲੰਗਰ ਛਕੂ ਪੰਗਤ ਵਿੱਚ, ਉਹੋ ਹੀ ਗੁਰੂ ਦਾ ਦਰਸ਼ਨ ਕਰੂਗਾ। ਇਹ ਨਿਯਮ ਬਣਾ ਦਿੱਤਾ। ਹੁਣ ਸਤਿਗੁਰੂ ਜੀ ਦੇ ਘਰ ਦੇ ਵਿੱਚ ਜਿਤਨੀ ਕੁ ਮਰਜ਼ਾਦਾ ਮੇਰੇ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਉਸ ਨੂੰ ਪੂਰੀ ਸੋ ਪਵਿੱਤਰਤਾ ਦੇ ਸਹਿਤ ਨਿਭਾਇਆ ਜਾਂਦਾ ਹੈ ਗੁਰੂ ਦੇ ਲੰਗਰਾਂ ਵਿੱਚ। ਹੁਣ ਇੱਕ ਮਾਈ ਦਾਸ ਵੈਸ਼ਨੋ ਹੈ, ਇਸ ਨੂੰ ਕੋਈ ਵਿਸ਼ਨੂੰ ਭਗਤ ਵੈਸ਼ਨੋ ਮਿਲਿਆ ਤੇ ਉਹਦੇ ਨਾਲ ਇਸ ਦੇ ਮਨ ਵਿੱਚ ਜੋ ਪਰਮੇਸ਼ਵਰ ਦੀ ਪ੍ਰਾਪਤੀ ਦੀ ਇੱਛਾ ਸੀ, ਉਹਦੇ ਲਈ ਇਸ ਨੂੰ ਜੈਸਾ ਉਪਦੇਸ਼ ਮਿਲਿਆ ਉਸੇ ਤਰ੍ਹਾਂ ਇਹ ਘੁਮਾ ਰਿਹਾ ਸੀ। ਭਗਵਾਨ ਕ੍ਰਿਸ਼ਨ ਜੀ ਦੀ ਉਪਾਸਨਾ ਇਹ ਸਰਗੁਣ ਦੀ ਕਰਦਾ ਸੀ। ਤੋ ਭਾਰੀ ਇਸ ਨੇ ਭਜਨ ਸਿਮਰਨ ਕੀਤਾ, ਮਨ ਦੀ ਭਾਵਨਾ ਦੇ ਸਹਿਤ ਇਸ ਨੇ ਜਾ ਕਰਕੇ ਸੋ ਮਨ ਵਿੱਚ ਭਾਵਨਾ ਧਾਰਨ ਕੀਤੀ ਹੈ ਕਿ ਕਾਫੀ ਸਮੇਂ ਤੋਂ ਕ੍ਰਿਸ਼ਨ ਭਗਵਾਨ ਜੀ ਦੀ ਵੈਸ਼ਨੂ ਮਤ ਵਿੱਚ ਰਹਿ ਕਰਕੇ ਇਸ ਨੇ ਭਗਤੀ ਤਾਂ ਕੀਤੀ ਹੈ, ਪਰ ਨਾ ਤਾਂ ਅਜੇ ਤੱਕ ਦਰਸ਼ਨ ਹੋਇਆ ਤੇ ਨਾ ਹੀ ਮਨ ਦੀ ਕੋਈ ਉੱਚੀ ਅਵਸਥਾ ਬਣੀ ਹੈ। ਜਦੋਂ ਇਸ ਨੇ, ਕਿਉਂਕਿ ਇਹਦਾ ਨਗਰ ਮਾਝੇ ਦੇ ਵਿੱਚ ਦੱਸਿਆ ਜਾਂਦਾ ਹੈ, ਤੇ ਇਸ ਨੇ ਜਦੋਂ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਕੀਤੇ, ਮੇਲ ਮਿਲਾਪ ਕੀਤਾ, ਗੁਰਸਿੱਖਾਂ ਦਾ ਜੀਵਨ ਤੱਕਿਆ, ਮਨ ਦਾ ਟਿਕਾ ਹੈ, ਆਨੰਦ ਹੈ, ਸੁਖ ਸ਼ਾਂਤੀ ਹੈ, ਗੁਰੂ ਵਿੱਚ ਦ੍ਰਿੜ ਭਰੋਸਾ ਹੈ, ਹਰ ਵੇਲੇ ਸਤਿਗੁਰੂ ਜੀ ਦੀ ਮਹਿਮਾ ਕਰਦੇ ਹਨ। ਤਾਂ ਜਦੋਂ ਇਸ ਨੇ ਗੁਰਸਿੱਖਾਂ ਦੇ ਪਾਸੋਂ ਇਹ ਮਹਿਮਾ ਸਰਵਣ ਕੀਤੀ ਹੈ ਸਤਿਗੁਰਾਂ ਦੀ, ਇਹਦੇ ਮਨ ਵਿੱਚ ਵੀ ਖਿੱਚ ਬਣੀ ਕਿ ਮੈਂ ਵੀ ਜਾ ਕੇ ਗੁਰੂ ਸਾਹਿਬ ਦਾ ਦਰਸ਼ਨ ਦੀਦਾਰ ਕਰਾਂ, ਤਾਂ ਕਿ ਸੋ ਜੋ ਮੇਰੇ ਮਨ ਦੀ ਭਾਵਨਾ ਹੈ ਪੂਰੀ ਹੋ ਜਾਵੇ। ਇਹ ਚੱਲ ਕੇ ਆਇਆ ਹੈ ਗੋਇੰਦਵਾਲ ਸਾਹਿਬ ਵਿਖੇ। ਤੋ ਜਿਸ ਵੇਲੇ ਆਣ ਕੇ ਸੋ ਗੁਰਸਿੱਖਾਂ ਨੂੰ ਬੇਨਤੀ ਕੀਤੀ, ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਹਾਂ। ਗੁਰਸਿੱਖਾਂ ਨੇ ਕਿਹਾ ਸਤਿਗੁਰਾਂ ਦਾ ਨਿਯਮ ਹੈ ਭਾਈ, ਸਤਿਗੁਰਾਂ ਦਾ ਲੰਗਰ ਅਟੁੱਟ ਚੱਲ ਰਿਹਾ ਹੈ, ਲੰਗਰ 'ਚ ਬੈਠੋ, ਪੰਗਤ 'ਚ ਬੈਠ ਕੇ ਲੰਗਰ ਛਕੋ ਤੇ ਫਿਰ ਜਾ ਕੇ ਗੁਰੂ ਦੇ ਦਰਸ਼ਨ ਕਰੋ। ਹੁਣ ਇਹ ਮਨ ਵਿੱਚ ਸੋਚਣ ਲੱਗ ਪਿਆ, ਇੱਥੇ ਤਾਂ ਸੋ ਚਾਰੇ ਵਰਨਾਂ ਦੇ ਲੋਕ, ਉੱਚੇ ਨੀਵੀਂ ਜਾਤ ਦੇ ਬੈਠੇ ਨੇ। ਜਦੋਂ ਲੰਗਰ 'ਚ ਜਾ ਕੇ ਨੇ ਦਰਸ਼ਨ ਕੀਤਾ, ਇਸ ਨੂੰ ਇਸ ਤਰੀਕੇ ਦੇ ਨਾਲ ਸੋ ਮਨ ਵਿੱਚ ਇਹ ਨਫ਼ਰਤ ਹੋਈ ਕਿ ਮੈਂ ਤਾਂ ਆਪਣਾ ਨਿਯਮ ਜਿਸ ਤਰੀਕੇ ਨਾਲ ਰੱਖਿਆ ਹੋਇਆ ਹੈ ਉਹ ਮੇਰਾ ਨੇਮ ਹੈ, ਪਰ ਮੈਂ ਪੰਗਤ 'ਚ ਬੈਠ ਕਰਕੇ ਇੱਥੇ ਲੰਗਰ ਛਕ ਨਹੀਂ ਸਕਦਾ, ਕਿਉਂਕਿ ਮੇਰਾ ਨੇਮ ਟੁੱਟਦਾ ਹੈ, ਮੈਂ ਬਹੁਤ ਹੀ ਕਰਮਕਾਂਡ ਦੀ ਕਿਰਿਆ ਕਰਦਾ ਹਾਂ। ਇਉਂ ਮਨ ਵਿੱਚ ਹੁਣ ਦੁਬਿਧਾ ਹੋਈ ਹੈ। ਇੱਕ ਪਾਸੇ ਤੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦੀ ਖੁਆਇਸ਼ ਹੈ, ਦੂਸਰੇ ਪਾਸੇ ਆਪਣਾ ਜਿਹੜਾ ਨਿਯਮ ਬੱਧਾ ਹੋਇਆ ਹੈ, ਤਾਂ ਉਹਦਾ ਮਨ ਵਿੱਚ ਭਰਮ ਪੈ ਗਿਆ ਵੀ ਜੇ ਹੁਣ ਮੈਂ ਦਰਸ਼ਨ ਕਰਾਂ, ਲੰਗਰ ਛਕਣਾ ਪੈਣਾ, ਜੇ ਲੰਗਰ ਛਕਿਆ ਤੇ ਮੇਰਾ ਨੇਮ ਟੁੱਟਦਾ ਹੈ, ਤੇ ਜੇ ਮੈਂ ਲੰਗਰ ਨਹੀਂ ਛਕਦਾ ਤੇ ਜਿਹੜਾ ਸਤਿਗੁਰਾਂ ਦਾ ਮੈਂ ਪ੍ਰੇਮ ਮਨ 'ਚ ਧਾਰ ਕੇ ਆਇਆ, ਮੇਰਾ ਪ੍ਰੇਮ ਟੁੱਟਦਾ ਹੈ। ਇਉਂ ਇਹ ਦੁਬਿਧਾ 'ਚ ਕੁਝ ਸਮਾਂ ਪੈ ਕਰਕੇ ਮਨ 'ਚ ਵਿਚਾਰ ਕਰ ਲਿਆ ਕਿ ਮੈਂ ਹੁਣ ਫੈਸਲਾ ਕੀ ਕਰਾਂ। ਤਾਂ ਇਸ ਨੇ ਫੈਸਲਾ ਕੀਤਾ, ਕਹਿੰਦੇ ਆਪਣਾ ਨੇਮ ਰੱਖਣਾ ਚਾਹੀਦਾ ਹੈ, ਮੇਰਾ ਧਰਮ ਨਹੀਂ ਟੁੱਟਣਾ ਚਾਹੀਦਾ, ਸੋ ਗੁਰੂ ਨਾਲ ਪ੍ਰੇਮ ਦੇਖੀ ਜਾਓ। ਇਉਂ ਜਾਣ ਕਰਕੇ ਸੋ ਜਿਸ ਵੇਲੇ ਆਪਣੇ ਸੋ ਟਿਕਾਣੇ ਤੇ ਜਾ ਟਿਕਿਆ ਹੈ, ਹੁਣ ਇਹ ਮਨ ਦੇ ਵਿੱਚ ਜਿਹੜੀ ਦੁਬਿਧਾ ਬਣੀ ਹੋਈ ਹੈ, ਇਹਦੇ ਵਾਸਤੇ ਹੁਣ ਹਰ ਵੇਲੇ ਪਰੇਸ਼ਾਨੀ ਮਨ ਵਿੱਚ ਹੈ। ਸੋਚਿਆ ਕਿ ਮੈਂ ਕੀ ਕਰਾਂ। ਉਸ ਵੇਲੇ ਸੋਚਿਆ ਕਿ ਚਲੋ ਦੁਆਰਕਾ ਵਿੱਚ ਚੱਲ ਕੇ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਉਹਦੇ ਕਰਦੇ ਆ, ਆਪਾਂ ਉਹਦੇ ਦਰਸ਼ਨ ਕਰਦੇ। ਇਹ ਚੱਲ ਪਿਆ ਹੈ। ਸੋ ਇਕਾਦਸ਼ੀ ਦਾ ਵਰਤ ਰੱਖਿਆ, ਤੋ ਜੰਗਲ ਭਾਰੀ ਹੈ, ਉਹਦੇ ਵਿੱਚ ਚਲਾ ਗਿਆ। ਤੇ ਇਸ ਤਰੀਕੇ ਦੇ ਨਾਲ ਸੋ ਹਨੇਰੀ, ਠੱਕਾ, ਬਾਰਿਸ਼, ਠੰਡ ਪੈਂਦੀ ਹੈ। ਤੋ ਇਸ ਨੇ ਜਿਸ ਵੇਲੇ ਸਰੀਰ ਠਰ ਗਿਆ, ਇੱਕ ਵੱਡਾ ਭਾਰੀ ਦਰਖਤ ਦੇਖਿਆ, ਉਹਦੀ ਖੋੜ ਵਿੱਚ ਜਾ ਕੇ ਖੜੋਣ ਨੂੰ ਜਗ੍ਹਾ ਸੀ, ਖੜ ਗਿਆ ਜਾ ਕੇ। ਸਾਰੀ ਰਾਤ ਇਸ ਤਰੀਕੇ ਦੇ ਨਾਲ ਇਸ ਨੇ ਗੁਜ਼ਾਰੀ ਹੈ। ਸੋ ਦੁਆਵਤਸੀ ਦਾ ਦਿਨ ਆ ਗਿਆ ਹੈ। ਇਸ ਨੇ ਇਕਾਦਸ਼ੀ ਦਾ ਵਰਤ ਖੋਲ੍ਹਣਾ ਸੀ। ਹੁਣ ਇਸ ਦੇ ਸਰੀਰ ਦੀ ਜਿਹੜੀ ਬੇਬਲ ਅਵਸਥਾ ਬਣੀ ਹੈ, ਸੋ ਇਸ ਪ੍ਰਕਾਰ
ਸੋ ਕਦੇ ਹੋਸ਼ ਵਿੱਚ ਹੈ, ਕਦੇ ਬੇਹੋਸ਼ ਵਿੱਚ ਹੋ ਜਾਂਦਾ। ਇਹੋ ਜਿਹਾ ਇਸ ਦਾ ਸਰੀਰ ਜਿਹੜਾ ਹੈ ਉਹਦੀ ਹਾਲਤ ਦੱਸੀ ਬਿਆਨ ਕੀਤੀ ਗਈ ਹੈ। ਤੋ ਇਸ ਨੇ ਜਿਸ ਵੇਲੇ ਇਸ ਤਰੀਕੇ ਦੇ ਨਾਲ ਸੋ ਅਰਾਧਨਾ ਕੀਤੀ ਕਿ ਮੈਨੂੰ ਕੁਝ ਭੋਜਨ ਮਿਲ ਜਾਂਦਾ ਤੇ ਮੈਂ ਆਪਣਾ ਵਰਤ ਖੋਲ੍ਹ ਲੈਂਦਾ, ਤਾਂ ਕਹਿੰਦੇ ਨੇ ਇਸ ਨੂੰ ਆਣ ਕਰਕੇ ਸੋ ਉਹ ਥਾਲ ਜਿਹੜਾ ਹੈ ਦਾਲ ਚੌਲ ਫੁਲਕਾ ਆਦਿਕ ਜਿਹੜਾ ਹੈ ਇਸ ਪ੍ਰਕਾਰ ਲੰਗਰ ਦਾ ਇਹਦੇ ਸਾਹਮਣੇ ਭੋਜਨ ਆ ਗਿਆ ਹੈ। ਤੋ ਇਸ ਨੇ ਭੋਜਨ ਤੱਕਿਆ, ਆਵਾਜ਼ ਆਈ ਭੋਜਨ ਛਕ। ਹੁਣ ਤੱਕਦਾ ਹੈ ਕਿ ਭੋਜਨ ਕੌਣ ਲਿਆਇਆ। ਕਦੇ ਸੋਚਦਾ ਕੋਈ ਜੰਗਲ ਵਿੱਚ ਜੋਗੀ ਹੋਏਗਾ, ਉਹ ਭੋਜਨ ਛੱਡ ਗਿਆ ਹੋਣਾ ਹੈ। ਫਿਰ ਸੋਚਦਾ ਵੀ ਕੋਈ ਦਿਸਦਾ ਤੇ ਹੈ ਹੀ ਨਹੀਂ। ਮਨ 'ਚ ਨਿਸ਼ਚਾ ਕੀਤਾ ਵੀ ਇਹ ਭਗਵਾਨ ਹੀ ਐਸਾ ਕਰ ਸਕਦਾ ਹੈ। ਇਉਂ ਵਿਚਾਰ ਕਰਕੇ ਫਿਰ ਬੇਨਤੀ ਕਰਦਾ ਕਿ ਮਹਾਰਾਜ ਇਹ ਕੱਚਾ ਭੋਜਨ ਤਾਂ ਸੋ ਉਹੀ ਜਿਹੜਾ ਮੈਂ ਆਪਣਾ ਨੇਮ ਕਰਮ ਉੱਥੇ ਛੱਡ ਕੇ ਆਇਆ, ਉਹੀ ਤਾਂ ਫਿਰ ਇੱਥੇ ਮੇਰਾ ਟੁੱਟਦਾ। ਕੀ ਪਤਾ ਬਣਾਉਣ ਵਾਲਾ ਸ਼ੂਦਰ ਹੈ, ਵੈਸ ਹੈ, ਕੌਣ ਲਿਆਇਆ, ਉਸ ਨੇ ਕਿਸ ਤਰੀਕੇ ਨਾਲ ਲਿਆ ਕੇ ਮੈਨੂੰ ਦਿੱਤਾ ਹੈ, ਤੇ ਇਸ ਵਾਸਤੇ ਮੇਰੀ ਪਵਿੱਤਰਤਾ ਜਿਹੜੀ ਆ ਭੰਗ ਹੁੰਦੀ ਹੈ। ਇਉਂ ਆਪਣਾ ਕਰਮਕਾਂਡ ਨਿਯਮ ਟੁੱਟਦਾ ਦੇਖ ਕੇ ਇਸ ਨੇ ਇੱਛਾ ਕੀਤੀ ਵੀ ਜੇ ਪੱਕਾ ਭੋਜਨ ਹੁੰਦਾ ਪਕਵਾਨ ਤੇ ਮੈਂ ਛਕ ਲੈਣਾ ਸੀ। ਤੋ ਫਿਰ ਆਈ ਇਸ ਪ੍ਰਕਾਰ ਸੋ ਇਸ ਦੇ ਤਾਈਂ ਆਵਾਜ਼ ਆਈ ਵੀ ਲੈ ਭੋਜਨ ਛਕ, ਇਸ ਨੂੰ ਪੱਕਾ ਭੰਡਾਰਾ ਮਿਲ ਗਿਆ। ਐਸਾ ਵੀ ਲਿਖਿਆ ਹੈ ਕਿ ਜਿਸ ਵੇਲੇ ਇਹ ਬੇਸੁਰਤ ਜਿਹਾ ਪਿਆ ਸੀ, ਇਸ ਲਗਨ ਵਿੱਚ ਸੀ ਕਿ ਪੱਕਾ ਭੰਡਾਰਾ ਮਿਲ ਜਾਂਦਾ, ਕਹਿੰਦੇ ਫਿਰ ਇਸ ਨੂੰ ਬਾਹੋਂ ਫੜ ਕਰਕੇ ਉਠਾ ਕੇ ਬਿਠਾਇਆ, ਭੋਜਨ ਮੂਹਰੇ ਰੱਖਿਆ, ਪਰ ਉਹ ਦਿਸਿਆ ਕੁਛ ਨਹੀਂ। ਜਦੋਂ ਇਸ ਦੀ ਇਹ ਹਾਲਤ ਹੋਈ ਹੈ ਤੇ ਮਨ 'ਚ ਵਿਚਾਰ ਕਰਦਾ ਕਿ ਹੇ ਮਹਾਰਾਜ ਤੁਸੀਂ ਭੋਜਨ ਤਾਂ ਦਿੰਦੇ ਹੋ, ਦਰਸ਼ਨ ਕਿਉਂ ਨਹੀਂ ਦਿੰਦੇ। ਜਦੋਂ ਇਸ ਤਰੀਕੇ ਦੇ ਨਾਲ ਤੋ ਇਸ ਨੇ ਸੋ ਭਾਰੀ ਹੀ ਮਨ ਦੀ ਇਕਾਗਰਤਾ ਦੇ ਸਹਿਤ ਤਰਲਾ ਲਿਆ, ਤਾਂ ਫਿਰ ਇਸ ਦੇ ਤਾਈਂ ਸੋ ਆਵਾਜ਼ ਆਈ ਹੈ ਕਿ ਭਾਈ ਦੇਖ, ਜਿੱਥੋਂ ਤੈਨੂੰ ਦਰਸ਼ਨ ਹੋਣਾ ਸੀ ਉੱਥੋਂ ਤੂੰ ਮੁੜ ਆਇਆ ਹੈ, ਤੇ ਇੱਥੇ ਆਣ ਕੇ ਤੂੰ ਦਰਸ਼ਨ ਭਾਲਦਾ ਹੈ। ਤੂੰ ਆਪਣਾ ਨੇਮ ਮੂਹਰੇ ਰੱਖਿਆ ਹੈ, ਤੂੰ ਪ੍ਰੇਮ ਨੂੰ ਛੱਡਿਆ ਹੈ। ਇਸ ਵਾਸਤੇ ਸੋ ਜਿੱਥੇ ਪ੍ਰੇਮ ਹੋਵੇ, ਨੇਮ ਜਿਹੜਾ ਉਹ ਪ੍ਰੇਮ ਤੱਕ ਪਹੁੰਚਾਉਂਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਨੇਮ ਕੁਰਬਾਨ ਕਰਨਾ ਪੈਂਦਾ ਹੈ। ਇਸ ਵਾਸਤੇ ਇਹ ਪ੍ਰੇਰਨਾ ਇਸ ਨੂੰ ਮਿਲੀ ਜਿਸ ਵੇਲੇ ਤਾਂ ਖੈਰ ਮਨ 'ਚ ਇਹਦੇ ਵਿਚਾਰ ਆਇਆ, ਭੋਜਨ ਛਕਿਆ, ਸਰੀਰ ਕੁਛ ਬਲ ਹੋਇਆ, ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਦਰਸ਼ਨ ਕਰਨ ਲਈ ਤੁਰ ਪਿਆ ਹੈ। ਆਣ ਕਰਕੇ ਗੁਰੂ ਦੇ ਲੰਗਰ ਵਿੱਚ ਭੋਜਨ ਛਕ ਕਰਕੇ ਜਦੋਂ ਸਤਿਗੁਰਾਂ ਦਾ ਦੀਦਾਰ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸੋ ਬਖਸ਼ਿਸ਼ ਹੋਈ, ਚਮਤਕਾਰੀ ਨਿਗਾਹ ਇਸ ਤੇ ਜਦੋਂ ਪਈ ਹੈ ਤੇ ਇਸ ਨੂੰ ਮਹਾਰਾਜ ਨੇ ਆਨੰਦ ਬਖਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਨੇ ਸੋ ਬਚਨ ਕੀਤਾ, ਆਓ ਭਾਈ ਮਾਈ ਦਾਸ ਤੂੰ ਭਗਤ ਬੰਦਾ, ਆ ਸਾਡੇ ਕੋਲ ਬੈਠ। ਮਹਾਰਾਜ ਬੜਾ ਖੁਸ਼ ਹੋ ਕੇ ਕੋਲ ਬੈਠਾ, ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ। ਇਸ ਦੀ ਆਨੰਦਮਈ ਅਵਸਥਾ ਮੇਰੇ ਸਤਿਗੁਰਾਂ ਨੇ ਬਣਾ ਦਿੱਤੀ ਹੈ। ਇਸ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਪਾਸ ਹੀ ਰੱਖੋ। ਮਹਾਰਾਜ ਗਰੀਬ ਨਵਾਜ ਕਹਿੰਦੇ ਠੀਕ ਹੈ, 8 ਦਿਨ ਹੈ, 8 ਦਿਨ ਦਾ ਸਮਾਂ ਕੱਢ ਸਾਡੇ ਕੋਲ ਹੀ ਰਿਹਾ ਕਰ, ਤੇ ਫਿਰ ਇਸ ਪ੍ਰਕਾਰ ਤੈਨੂੰ ਤੇਰਾ ਰੱਬਰ ਜਿਹੜਾ ਉਹਦੇ ਨਾਲ ਜੋੜ ਦਿਆਂਗੇ, ਤੈਨੂੰ ਉਸਤਾਦ ਰੂਹਾਨੀਅਤ ਦਾ ਦੇਵਾਂਗੇ। ਤੋ ਕਿਉਂਕਿ ਗੁਰੂ ਪਦਵੀ ਤੇ ਮੇਰੇ ਸਤਿਗੁਰਾਂ ਦੇ ਕੋਲ ਹੀ ਹੈ, ਤੇ ਗੁਰਮੁਖ ਪਦਵੀਆਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਬ੍ਰਹਮ ਗਿਆਨ ਦੀਆਂ ਸ਼ਕਤੀਆਂ ਬਰਕਤਾਂ ਦੇ ਕਰਕੇ ਸਿੱਖੀ ਦੇ ਪ੍ਰਚਾਰ ਲਈ ਸਮਰੱਥਾ ਬਖਸ਼ਦੇ ਹਨ। ਤੋ ਸਤਿਗੁਰੂ ਦੇ ਚਰਨਾਂ ਵਿੱਚ ਰਿਹਾ ਹੈ। ਉਧਰੋਂ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ। ਜਿਲੇ ਕਰੜਾ ਤੱਗ ਆ ਗਿਆ ਹੈ ਰੋੜਾਂ ਦਾ, ਨਹੀਂ ਟੁੱਟਦਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਾਣਕ ਚੰਦ ਜੀ ਮੇਰੇ ਸਤਿਗੁਰੂ ਜੀ ਦਾ ਚਰਨ ਸੇਵਕ ਹੈ। ਹਜੂਰ ਨੇ ਹੁਕਮ ਕੀਤਾ ਕਿ ਤੂੰ ਘਣ ਬਦਾਨ ਲੈ ਕਰਕੇ ਆਪਣੇ ਬਲ ਦੇ ਸਹਿਤ ਧਰਤੀ ਤੇ ਬਦਾਨ ਮਾਰਨਾ ਤੇ ਘੜ ਟੁੱਟ ਜਾਏਗਾ। ਇਸ ਤਰੀਕੇ ਦੇ ਨਾਲ ਸੋ ਜਿਲੇ ਮਾਣਕ ਚੰਦ ਨੇ ਜਾ ਕਰਕੇ ਉਸੇ ਤਰ੍ਹਾਂ ਕੀਤਾ, ਘੜ ਟੁੱਟ ਗਿਆ। ਇੱਕਦਮ ਜਲ ਜਿਹੜਾ ਸੀ ਉਸ ਦੀ ਨਿਸਾਰ ਭਾਨ ਨਿਕਲੀ ਹੈ, ਧਾਰ ਨਿਕਲੀ ਹੈ। ਮਾਣਕ ਚੰਦ ਜੀ ਵਿੱਚ ਹੀ ਰਹਿ ਗਏ ਹਨ। ਤੋ ਜਦੋਂ ਫਿਕਰ ਹੋਇਆ, ਕਹਿੰਦੇ ਮਹਾਰਾਜ ਮਾਣਕ ਚੰਦ ਤਾਂ ਜਲ ਵਿੱਚ ਡੁੱਬ ਮੋਇਆ ਹੈ। ਤੇ ਮਹਾਰਾਜ ਸਤਿਗੁਰੂ ਕਹਿੰਦੇ ਵੀ ਜਿਹੜਾ ਮਾਣਕ ਉਹ ਤੇ ਜਿਉੜਾ ਹੈ ਸਾਡਾ, ਜਿਹੜੇ ਜਿਉੜੇ ਨੇ ਮਰਦੇ ਨਹੀਂ ਹੁੰਦੇ, ਸਾਡੇ ਪਾਸ ਲਾਇਆ। ਜਲ ਵਿੱਚੋਂ ਕੱਢ ਕਰਕੇ ਉਹਨਾਂ ਦਾ ਸਰੀਰ ਲਿਆਂਦਾ। ਸਤਿਗੁਰਾਂ ਨੇ ਆਪਣਾ ਸੱਜਾ ਚਰਨ ਇਸ ਦੇ ਤਾਈਂ ਸੁਹਾਇਆ। ਇਸ ਤਰੀਕੇ ਦੇ ਨਾਲ ਇਸ ਨੂੰ ਸਾਵਧਾਨ ਕੀਤਾ ਹੈ। ਤੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੋ ਭਾਈ ਮਾਣਕ ਚੰਦ ਨੂੰ ਜਿਉੜਾ ਪਦਵੀ ਬਖਸ਼ਿਸ਼ ਕੀਤੀ ਹੈ ਤੇ ਉਸ ਨੂੰ ਜੀਵਨ ਦਾਨ ਦਿੱਤਾ ਹੈ। ਇਸ ਤਰੀਕੇ ਨਾਲ ਅਸੀਂ ਪ੍ਰਸੰਗ ਦੀ ਲੜੀ ਨੂੰ ਪਿਛਲੇ ਸਮੇਂ ਵਿੱਚ ਸਰਵਣ ਕੀਤਾ ਹੈ। ਅੱਗੇ ਪ੍ਰਸੰਗ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁੱਖ ਪਵਿੱਤਰ ਕਰੀਏ।
ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਭ ਰਿੱਧ ਸਿੱਧ ਬਖਸ਼ਨ ਕੋ ਕਰਿਓ। ਤੇ ਮੇਰੇ ਸਤਿਗੁਰੂ ਜੀ ਨੇ ਜਿੱਥੇ ਇਸ ਦੇ ਤਾਈਂ ਸੋ ਜੀਵਨ ਦਿੱਤਾ ਹੈ, ਉੱਥੇ ਨਾਲ ਦੇ ਨਾਲ ਹੀ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੀ ਬਖਸ਼ਿਸ਼ ਕੀਤੀ ਹੈ। ਨਾਮ ਜੀਵੜਾ ਤਿਸ ਕੋ ਧਰਿਓ। ਤੇ ਇਸ ਦਾ ਨਾਮ ਜੀਵੜਾ ਹੀ ਧਰ ਦਿੱਤਾ ਹੈ ਸਤਿਗੁਰੂ ਅਮਰਦਾਸ ਮਹਾਰਾਜ ਨੇ। ਮਾਈ ਦਾਸ ਹਕਾਰਿਓ ਪਾਸ। ਫਿਰ ਭਾਈ ਮਾਈ ਦਾਸ ਜਿਹੜਾ ਸੀ ਉਸ ਨੂੰ ਕੋਲ ਬੁਲਾਇਆ ਹਜੂਰ ਨੇ। ਸਤਿਗੁਰ ਕੀਨਸ ਬਾਕ ਪ੍ਰਕਾਸ਼। ਤੇ ਮੇਰੇ ਸਤਿਗੁਰੂ ਜੀ ਨੇ ਇਉਂ ਬਚਨ ਕੀਤਾ ਹੈ ਜੀ, ਤੋਹੇ ਗੁਰੂ ਇਹੋ ਮਾਨਕ ਚੰਦ। ਭਾਈ ਦੇਖ ਮਾਈ ਦਾਸ, ਭਾਈ ਆ ਮਾਨਕ ਚੰਦ ਜਿਹੜਾ ਹੈ ਇਹ ਤੈਨੂੰ ਰੱਬਰ ਦਿੱਤਾ ਹੈ, ਗੁਰਮੁਖ ਤੈਨੂੰ ਇਹਦੇ ਲੜ ਲਾਉਂਦੇ ਹਾਂ। ਰਾਖੋ ਇਨ ਸੋ ਪ੍ਰੇਮ ਬਲਿੰਦ। ਤੋ ਇਹਨਾਂ ਦੇ ਨਾਲ ਭਾਰੀ ਪਿਆਰ ਕਰਿਆ ਕਰ ਤੂੰ। ਮੰਤਰ ਆਪਨੋ ਤੋਹੇ ਬਤਾਏ। ਇਸ ਪ੍ਰਕਾਰ ਇਹ ਜਿਹੜਾ ਇਸ ਪ੍ਰਕਾਰ ਮਰਜ਼ਾਦਾ ਹੈ ਤੈਨੂੰ ਇਹ ਜਿਹੜਾ ਦੱਸੇਗਾ। ਮੰਤਰ ਤਾਂ ਸਤਿਗੁਰਾਂ ਨੇ ਬਖਸ਼ੀ ਦਿੱਤਾ ਹੈ। ਤਿਲਕ ਗੁਰਮੁਖੀ ਮਸਤਕ ਲਾਏ। ਤੇ ਮੇਰੇ ਸਤਿਗੁਰੂ ਜੀ ਨੇ ਇਹ ਗੁਰਮੁਖ ਪਦਵੀ ਜੋ ਹੈ ਤਤ ਮੇਤੇ ਬ੍ਰਹਮ ਗਿਆਨੀ ਪ੍ਰਚਾਰਕ ਮਹਾਰਾਜ ਨੇ ਬਣਾਏ ਨੇ। ਤਾਂ ਹਜੂਰ ਜੀ ਨੇ ਤੋ ਇਸ ਭਾਈ ਮਾਨਕ ਚੰਦ ਦੇ ਮੱਥੇ ਦੇ ਉੱਤੇ ਗੁਰਮੁਖਤਾਈ ਦਾ ਤਿਲਕ ਦਿੱਤਾ ਹੈ। ਇਹ ਮਹਾਰਾਜ ਨੇ 22 ਮੰਜੀਆਂ ਪ੍ਰਚਾਰ ਵਾਸਤੇ ਜਿਹੜੀਆਂ ਨੇ ਤੋ ਇਹ ਬਖਸ਼ਿਸ਼ ਕੀਤੀਆਂ ਨੇ। ਬ੍ਰਹਮ ਗਿਆਨੀ ਸੋ ਆਪਣੇ ਪੂਰੇ ਅਧਿਕਾਰ ਦੇ ਕੇ ਮੇਰੇ ਸਤਿਗੁਰੂ ਜੀ ਨੇ ਕਿਹਾ ਸੰਗਤਾਂ ਜੋੜੋ ਤੇ ਸਤਿਗੁਰੂ ਪਾਤਸ਼ਾਹ ਦਾ ਨਾਮ ਜਪਾਓ। ਇਸ ਤਰ੍ਹਾਂ ਦੇ ਨਾਲ ਇਸ ਨੂੰ ਇਸ ਪ੍ਰਕਾਰ ਮੰਜੀ ਬਖਸ਼ ਦਿੱਤੀ ਹੈ। ਸੇਲੀ ਦਈ ਕਰੋ ਸਿੱਖ ਸੰਗਤ। ਤੇ ਮੇਰੇ ਸਤਿਗੁਰੂ ਜੀ ਨੇ ਇੱਕ ਸੇਲੀ ਤੋ ਇੱਕ ਆਪਣਾ ਜਿਵੇਂ ਸੇਲੀ ਟੋਪੀ ਆਮ ਚੱਲਦਾ ਸੀ ਪਿੱਛੇ ਰਿਵਾਜ, ਤੋ ਸੇਲੀ ਜਿਹੜੀ ਇਸ ਪ੍ਰਕਾਰ ਕੋਈ ਉੱਨ ਦੀ ਰੱਸੀ ਹੁੰਦੀ ਹੈ ਜੋ ਗਲ 'ਚ ਜਾਂ ਸਿਰ ਤੇ ਬੰਨ੍ਹੀ ਜਾਂਦੀ ਹੈ। ਤੇ ਮੇਰੇ ਸਤਿਗੁਰੂ ਜੀ ਨੇ ਇਹ ਨਿਸ਼ਾਨੀ ਇਸ ਨੂੰ ਗੁਰਮੁਖ ਦੀ ਬਖਸ਼ਿਸ਼ ਕੀਤੀ ਹੈ। ਸਤਨਾਮ ਜਪੀਏ ਮਿਲ ਪੰਗਤ। ਇਹ ਹਜੂਰ ਨੇ ਹੁਕਮ ਕੀਤਾ ਸੰਗਤਾਂ ਦੇ ਵਿੱਚ ਪੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ। ਸੰਗਿਆ ਭਗਤਨ ਕੀ ਤੁਮ ਹੋਈ। ਇਹ ਤੁਹਾਡੀ ਹੁਣ ਭਗਤਾਂ ਦੀ ਸੰਗਿਆ ਤੁਹਾਨੂੰ ਦਿੱਤੀ, ਤੁਸੀਂ ਭਗਤ ਗੁਰੂ ਕੇ ਹੋਵੋਗੇ। ਜਗ ਸੰਤਾਪ ਬਿਨਾਸੋ ਜੋਈ। ਜਿਹੜੇ ਸੰਸਾਰ ਦੇ ਅਨੇਕ ਪ੍ਰਕਾਰ ਦੇ ਸੰਤਾਪ ਮਨ ਨੂੰ ਤਪਾਉਣ ਵਾਲੇ ਹਨ ਉਹ ਸਭ ਦਾ ਵਿਨਾਸ਼ ਕਰੋ ਨਾਮ ਦਾ ਸਿਮਰਨ ਕਰਕੇ। ਤੁਮ ਅਬ ਆਪਣੇ ਗ੍ਰਹਿ ਕੋ ਜਾਵੋ। ਮੇਰੇ ਹਜੂਰ ਨੇ ਹੁਕਮ ਕੀਤਾ ਹੁਣ ਠੀਕ ਹੈ ਆਪਣੇ ਘਰ ਨੂੰ ਜਾਓ ਤੁਸੀਂ। ਸਤ ਨਾਮ ਕੋ ਜਾਪ ਜਪਾਵੋ। ਤੇ ਜਾ ਕਰਕੇ ਸੰਗਤਾਂ ਨੂੰ ਸਤਨਾਮ ਦਾ ਸਿਮਰਨ ਕਰਾਇਆ ਕਰੋ। ਗੁਰਮੁਖ ਮਾਰਗ ਕਰੋ ਪ੍ਰਕਾਸ਼। ਧੰਨ ਗੁਰੂ ਨਾਨਕ ਦੇ ਘਰ ਦਾ ਇਹ ਸਿੱਖੀ ਦਾ ਜੋ ਗੁਰਮੁਖ ਮਾਰਗ ਹੈ ਇਸ ਨੂੰ ਪ੍ਰਕਾਸ਼ ਕਰੋ, ਪ੍ਰਗਟ ਕਰੋ, ਗੁਰਸਿੱਖ ਬਣਾਓ ਜੀ। ਜਹ ਕਹਿ ਹੋਵਹਿ ਭਗਤ ਨਿਵਾਸ। ਤੇ ਜਿੱਥੇ ਕਿੱਥੇ ਭਗਤੀ ਦਾ ਵਾਸਾ ਹੋਵੇ ਸਭ ਪਾਸੇ ਗੁਰਸਿੱਖਾਂ ਦੇ ਹਿਰਦੇ 'ਚ ਭਗਤੀ ਦਾ ਵਾਸਾ ਕਰੋ। ਸੁਣ ਸੁਨ ਮੁੱਦ ਮਾਈ ਦਾਸ ਬਿਲਾਸ। ਭਾਈ ਮਾਈ ਦਾਸ ਨੇ ਜਿਸ ਵੇਲੇ ਮਹਾਰਾਜ ਦੇ ਬਚਨ ਸੁਣੇ ਤੇ ਬਹੁਤ ਪ੍ਰਸੰਨ ਹੋਇਆ। ਮਾਨਕ ਕੇ ਪਾਇਨ ਤਤਕਾਲ। ਝਟ ਹੀ ਭਾਈ ਮਾਨਕ ਚੰਦ ਜੀ ਦੇ ਚਰਨੀ ਪਿਆ ਹੈ। ਨਮਸਕਾਰ ਕਰ ਹੋਇਓ ਸੰਗ। ਨਮਸਕਾਰ ਕਰਕੇ ਤੇ ਉਹਨਾਂ ਦਾ ਸਾਥੀ ਨਾਲ ਹੀ ਸੰਗੀ ਬਣ ਗਿਆ ਹੈ। ਦੋਨੋਂ ਪ੍ਰਾਪਤ ਆਨੰਦ ਅਭੰਗ। ਤੋ ਇੱਕ ਰਸ ਭਾਰੀ ਆਨੰਦ ਦੀ ਪ੍ਰਾਪਤੀ ਵਾਲੇ ਇਹ ਦੋਨੋਂ ਹੋਏ ਹਨ। ਭੁਗਤ ਮੁਗਤ ਪ੍ਰਾਪਤ ਕਰ ਮਾਹੀ। ਤੋ ਇਹਨਾਂ ਨੂੰ ਸੋ ਇਹਨਾਂ ਦੇ ਘਰ ਹੱਥ ਦੇ ਵਿੱਚ ਭੁਗਤ ਤੇ ਮੁਕਤ, ਮੁਕਤੀ ਜਨਮ ਮਰਨ ਤੋਂ ਰਹਿਤ ਪਦਵੀ। ਭੁਗਤ ਸੰਸਾਰ ਦੇ ਪਦਾਰਥ ਜਿਹੜੇ ਸਨ ਇਹ ਸਾਰੀਆਂ ਦਾਤਾਂ ਮਹਾਰਾਜ ਨੇ ਬਖਸ਼ ਦਿੱਤੀਆਂ ਹਨ। ਗੁਰ ਤੇ ਕੁਛ ਅਚਰਜ ਇਹੋ ਨਾਹੀ। ਭਾਈ ਸਤਿਗੁਰਾਂ ਦੇ ਪਾਸੋਂ ਇਹ ਦਾਤਾਂ ਮਿਲਣੀਆਂ ਕੋਈ ਆਸ਼ਚਰਜ ਬਾਤ ਨਹੀਂ ਹੈ। ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁਖੈਨ ਹੀ ਬਖਸ਼ਿਸ਼ਾਂ ਗੁਰਸਿੱਖਾਂ ਤੇ ਕਰਦੇ ਹਨ। ਗੁਰ ਚੇਲਾ ਦੋਨੋਂ ਤਬ ਹੋਏ। ਤਾਂ ਕਹਿੰਦੇ ਇਹਨਾਂ ਨੂੰ ਸੋ ਇਸ ਪ੍ਰਕਾਰ ਉਸਤਾਦ ਸਿਗਰਦ ਦੀ ਪਦਵੀ ਜਿਹੜੀ ਹੈ ਉਹ ਦੇ ਦਿੱਤੀ ਮਹਾਰਾਜ ਨੇ। ਪਦ ਸ੍ਰੀ ਅਮਰ ਪਰਤ ਭੇਸ ਹੋਏ। ਮੇਰੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਕਰ ਪ੍ਰੇਮ ਕਰ ਬਹੁ ਪ੍ਰੇਮ ਬਿਨੈ ਬਹੁ ਠਾਨੀ। ਬੜਾ ਭਾਰੀ ਪ੍ਰੇਮ ਕਰਕੇ ਤੇ ਬੇਨਤੀ ਕੀਤੀ ਸਤਿਗੁਰਾਂ ਨੂੰ। ਏ ਸਤਿਗੁਰ ਆਪਦਾ ਸਭ ਹਾਨੀ। ਇਹ ਮਹਾਰਾਜ ਸਤਿਗੁਰੂ ਜੀ ਮਹਾਨ ਕਿਰਪਾ ਕੀਤੀ, ਸਾਡੀ ਹਰ ਪ੍ਰਕਾਰ ਦੀ ਆਪਦਾ ਵਿਪਤਾ ਜਿਹੜੀ ਹੈ ਤੁਸਾਂ ਨੇ ਨਾਸ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ ਹੈ। ਦੋਨੋਂ ਗਮਨ ਕੀਨ ਤਤਕਾਲੇ। ਝਟ ਹੀ ਇਹ ਦੋਨੋਂ ਹੀ ਭਾਈ ਮਾਨਕ ਚੰਦ ਤੇ ਮਾਈ ਦਾਸ ਇਹ ਝਟ ਚੱਲ ਪਏ ਹਨ ਗੁਰੂ ਦਾ ਹੁਕਮ ਮੰਨ ਕੇ ਆਪਣੇ ਨਗਰ ਨੂੰ। ਸਦਨ ਆਪਣੇ ਬਸੇ ਸੁਖਾਲੇ। ਆਪਣੇ ਘਰ ਵਿੱਚ ਜਾ ਕਰਕੇ ਭਾਈ ਮਾਨਕ ਚੰਦ ਜੀ ਸੌਖੇ ਵਸੇ ਹਨ। ਸਤਨਾਮ ਬਹੁ ਨਰ ਉਪਦੇਸਾ। ਇਹਨਾਂ ਨੇ ਫਿਰ ਗੁਰੂ ਦੀ ਬਰਕਤ ਲੈ ਕੇ ਸੱਚੇ ਨਾਮ ਦਾ ਉਪਦੇਸ਼ ਬਹੁਤ ਲੋਕਾਂ ਨੂੰ ਬਖਸ਼ਿਸ਼ ਕੀਤਾ, ਸਿੱਖ ਬਣਾਏ ਹਨ।
ਇਹ ਜੋ ਭਾਈ ਮਾਨਕ ਚੰਦ ਜੀ ਹਨ, ਤੇ ਇਸ ਪ੍ਰਕਾਰ ਸੋ ਇਹਨਾਂ ਨੇ ਫਿਰ ਇਸ ਪਰ ਜੋ ਮੰਜੀ ਸੰਭਾਲੀ ਹੈ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੈਰੋਵਾਲ ਪਿੰਡ ਹੈ, ਉੱਥੇ ਇਹਨਾਂ ਦੀ ਗੱਦੀ ਜਿਹੜੀ ਹੈ ਚੱਲੀ। ਅਤੇ ਹੁਣ ਤੱਕ ਵੀ ਜਿਹੜੇ ਇਹਨਾਂ ਦੇ ਵੰਸ਼ਜ ਹਨ, ਇਹਨਾਂ ਦੀ ਅੱਗੇ ਜੋ ਕੁਲ ਚੱਲਦੀ ਹੈ, ਉਹਨੂੰ ਇਸ ਪ੍ਰਕਾਰ ਸੋ ਜਿਉੜੇ ਬਾਵੇ ਕਰਕੇ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ ਹੈ। ਤੇ ਇਸ ਤਰੀਕੇ ਨਾਲ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਿੱਖੀ ਕੋ ਵਿਸਤਾਰ ਵਸੇਖਾ, ਬੜਾ ਭਾਰੀ ਸਿੱਖੀ ਦਾ ਫੈਲਾਓ ਕੀਤਾ, ਬਹੁਤ ਸੰਗਤਾਂ ਜੋੜੀਆਂ ਸਿੱਖੀ ਵਿੱਚ। ਬਚਨ ਕਹਿਓ ਤਤ ਛਿਨ ਫੁਰ ਜਾਵੇ, ਹੁਣ ਗੁਰੂ ਦੀ ਬਖਸ਼ਿਸ਼ੀ ਜੋ ਬਚਨ ਕਰ ਦਿੰਦੇ ਨੇ ਝੱਟ ਹੀ ਪੂਰਾ ਹੋ ਜਾਂਦਾ ਹੈ। ਲੋਕ ਅਨੇਕ ਪੂਜਬੇ ਆਵੇ, ਤੇ ਅਨੇਕਾਂ ਹੀ ਲੋਕ ਸੋ ਆਉਂਦੇ ਨੇ ਪੂਜਣ ਵਾਸਤੇ, ਭਾਵਨਾ ਪੂਰੀਆਂ ਕਰਨ ਵਾਸਤੇ। ਜੋ ਜਾਚਹਿ ਇਨਕੇ ਢਿਗ ਆਏ, ਜਿਹੜਾ ਵੀ ਆਣ ਕੇ ਇਹਨਾਂ ਕੋਲੋਂ ਜੋ ਕੁਝ ਵੀ ਮੰਗਦਾ ਹੈ, ਹਿਰਦੇ ਮਨੋਰਥ ਤਤ ਛਿਨ ਪਾਏ, ਉਹਨਾਂ ਦੇ ਹਿਰਦੇ ਦਾ ਜੋ ਵੀ ਮਨੋਰਥ ਹੁੰਦਾ ਝੱਟ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਹੋਹੇ ਬਸੋਏ ਕੋ ਦਿਨ ਜਬੈ, ਜਦੋਂ ਵਸੋਈ ਵਿਸਾਖੀ ਦਾ ਦਿਨ ਹੁੰਦਾ ਹੈ ਤਾਂ ਚੱਲ ਆਵੇ ਸਤਿਗੁਰ ਢਿਗ ਤਬੈ, ਤਦੋਂ ਇਹ ਸਾਲ ਬਾਅਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤਾਂ ਲੈ ਕੇ ਜੁੜਿਆ ਕਰਦੇ, ਗੁਰੂ ਸਾਹਿਬ ਦੀਆਂ ਬਰਕਤਾਂ ਮਾਣਦੇ, ਦਰਸ਼ਨ ਕਰ ਨਿਜ ਬਿਨੈ ਸੁਨਾਵਹਿ, ਨਾਲੇ ਮਹਾਰਾਜ ਦੇ ਦਰਸ਼ਨ ਕਰਦੇ, ਨਿਮਰਤਾ ਦੇ ਸਹਿਤ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦੇ ਹਨ। ਬਹੁਰ ਆਪਣੇ ਗ੍ਰਹਿ ਕੋ ਜਾਵਹਿ, ਤੇ ਫਿਰ ਦਰਸ਼ਨ ਦੀਦਾਰ ਕਰਕੇ, ਸੇਵਾ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਘਰਾਂ ਨੂੰ ਵਾਪਸ ਜਾਂਦੇ ਹਨ। ਭਈ ਜਗਤ ਮੈਂ ਵੱਡ ਵਡਿਆਈ, ਬੜੀ ਭਾਰੀ ਮੇਰੇ ਸਤਿਗੁਰਾਂ ਦੀ ਇਉਂ ਵਡਿਆਈ ਵੱਡੀ ਜਿਹੜੀ ਦੁਨੀਆ 'ਚ ਫੈਲੀ ਹੈ। ਅੰਤ ਸਮੇਂ ਸੁਖ ਸੋ ਗਤ ਪਾਈ, ਇਹਨਾਂ ਨੇ ਅੰਤ ਸਮੇਂ ਫਿਰ ਬੜੇ ਸੁੱਖ ਦੇ ਨਾਲ ਮੁਕਤੀ ਪ੍ਰਾਪਤ ਕੀਤੀ ਹੈ। ਤੋਂ ਭਾਈ ਮਾਨਕ ਚੰਦ ਜੀ ਫਿਰ ਜਿਹੜੇ ਇਹ ਵੈਰੋਵਾਲ ਨਗਰ ਵਿੱਚ ਟਿਕੇ ਨੇ, ਤੇ ਮਾਈ ਦਾਸ ਜਿਹੜੇ ਸਨ, ਇਹ ਜੋਧ ਪਿੰਡ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਦੱਸਿਆ ਹੈ ਕਿ ਫਿਰ ਇਹਨਾਂ ਦੀ ਗੱਦੀ ਉੱਥੇ ਚੱਲੀ ਹੈ, ਇਹਨਾਂ ਨੇ ਉੱਥੇ ਸੰਗਤਾਂ ਬਣਾਈਆਂ ਹਨ। ਸੋਰਠਾ ਬਖਸ਼ਿਸ਼ ਕਰਹਿ ਕਿਰਪਾਲ, ਮੇਰੇ ਸਤਿਗੁਰੂ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਬਖਸ਼ਿਸ਼ਾਂ ਕਰਦੇ ਹਨ। ਸਿੱਖੀ ਪੰਥ ਪ੍ਰਸਿੱਧ ਹਿਤ, ਸਿੱਖੀ ਦੇ ਪੰਥ ਨੂੰ ਪ੍ਰਸਿੱਧ ਕਰਨ ਵਾਸਤੇ ਸੇਵਕ ਹੋਤ ਨਿਹਾਲ, ਉਹ ਸੇਵਕ ਜੁੜਦੇ ਨੇ, ਬੜੇ ਭਾਰੀ ਨਿਹਾਲ ਹੁੰਦੇ ਹਨ ਦਰਸ਼ਨ ਕਰਕੇ। ਪਾਰ ਬ੍ਰਹਮ ਗੁਰ ਪ੍ਰੇਮ ਚਿਤ, ਤਾਂ ਮੇਰੇ ਸਤਿਗੁਰੂ ਪਾਰ ਬ੍ਰਹਮ ਦੇ ਰੂਪ ਸਤਿਗੁਰਾਂ ਦੇ ਪ੍ਰੇਮ ਨੂੰ ਚਿੱਤ ਵਿੱਚ ਟਿਕਾਉਂਦੇ ਹਨ। ਦੋਹਰਾ ਅਕਬਰ ਦੁਰਗ ਚਤੌੜ ਕੋ, ਹੁਣ ਇਸ ਪ੍ਰਕਾਰ ਜਿਹੜਾ ਸੋ ਰਾਜਾ ਹੈ ਅਕਬਰ ਬਾਦਸ਼ਾਹ ਹੈ, ਇਹਦੇ ਕੋਲ ਇਹ ਚਤੌੜ ਦਾ ਕਿਲਾ ਆਕੀ ਹੋ ਗਿਆ ਸੀ। ਟੁੱਟਿਓ ਨਾ ਕਰੰਤੇ ਜੰਗ, ਬੜਾ ਭਾਰੀ ਇਹਨੇ ਜੰਗ ਕੀਤਾ, ਪਰ ਇਹਨਾਂ ਕੋਲ ਉਹ ਕਿਲਾ ਜਿੱਤਿਆ ਨਹੀਂ ਜਾ ਸਕਿਆ। ਸੂਰਮੇ ਬਹਾਦਰਾਂ ਨੇ ਬੜਾ ਭਾਰੀ ਮੁਕਾਬਲਾ ਕੀਤਾ ਇਸ ਦਾ। ਸ੍ਰੀ ਸਤਿਗੁਰ ਢਿਗ ਨਰ ਪਠਿਓ, ਤੋ ਇਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਸੇਵਕ ਭੇਜਿਆ ਹੈ। ਬਹੁ ਬੇਨਤੀ ਸੰਗ, ਬੜੀ ਨਿਮਰਤਾ ਸਹਿਤ ਬੇਨਤੀ ਕਰਕੇ ਸੇਵਕ ਆਪਣੇ ਨੂੰ ਭੇਜਿਆ ਹੈ ਜੀ। ਚੌਪਈ ਪੀਰ ਫਕੀਰ ਪ੍ਰਥਮ ਬਹੁ ਸੇਵੇ, ਸੋਚਦਾ ਹੈ ਕਿ ਮੈਂ ਬਹੁਤ ਪੀਰਾਂ ਫਕੀਰਾਂ ਦੀ ਬੜੀ ਪੂਜਾ ਕੀਤੀ ਹੈ ਕਿ ਮੇਰੀ ਕਾਮਯਾਬੀ ਹੋ ਜਾਏ। ਹੋਏ ਪ੍ਰਸੰਨ ਸਭ ਹਿਨ ਬਰ ਦੇਵੇ, ਤੇ ਸਾਰਿਆਂ ਨੇ ਬੜੇ ਖੁਸ਼ ਹੋ ਕਰਕੇ ਵਰ ਵੀ ਦਿੱਤੇ ਮੈਨੂੰ। ਨਹੀਂ ਫਤਿਹ ਭਾ ਦੁਰਗ ਚਤੌੜ, ਚਤੌੜ ਦਾ ਕਿਲਾ ਜਿਹੜਾ ਸੀ ਇਸ ਪ੍ਰਕਾਰ ਰਾਜਪੂਤਾਨੇ ਦਾ, ਉਹ ਕਹਿੰਦੇ ਮੇਰੇ ਕੋਲ ਜਿੱਤਿਆ ਨਹੀਂ ਗਿਆ ਹੈ। ਅਬ ਮੈਂ ਸਰਨ ਹਾਥ ਕੋ ਜੋਰ, ਹੱਥ ਜੋੜ ਕੇ ਮੈਂ ਗੁਰੂ ਘਰ ਦੀ ਸ਼ਰਨ ਵਿੱਚ ਪਿਆ ਹਾਂ ਜੀ। ਸੁਨ ਗੁਰ ਕਹਿਓ ਤਬਹਿ ਗੜ ਛੂਟੇ, ਮੇਰੇ ਸਤਿਗੁਰੂ ਨੇ ਬਚਨ ਕਰ ਦਿੱਤਾ, ਭਈ ਦੇਖ ਬਾਦਸ਼ਾਹ ਅਕਬਰ, ਉਹਨੂੰ ਦੱਸ ਦਿਓ ਕਿ ਤੇਰਾ ਉਦੋਂ ਹੀ ਇਹ ਕਿਲਾ ਟੁੱਟੂਗਾ, ਤੇਰੀ ਜਿੱਤ ਹੋਵੇਗੀ। ਇਹਾਂ ਬਾਪ ਕਾ ਕੋ ਕਰ ਟੂਟੇ, ਜਦੋਂ ਬੌਲੀ ਸਾਹਿਬ ਦਾ ਕੜ ਟੁੱਟ ਜਾਊਗਾ, ਉਹ ਤੇਰਾ ਕਿਲਾ ਟੁੱਟ ਜਾਊਗਾ, ਜਿੱਤਿਆ ਜਾਊਗਾ। ਤਬ ਤੇ ਰਹਿਓ ਸ਼ਾਹੂ ਕੋ ਮਾਨਵ, ਉਹ ਜਿਹੜਾ ਬਾਦਸ਼ਾਹ ਦਾ ਬੰਦਾ ਸੀ, ਉਹ ਗੁਰੂ ਚਰਨਾਂ ਵਿੱਚ ਰਿਹਾ, ਵੀ ਗੁਰੂ ਸਾਹਿਬ ਨੇ ਬਚਨ ਕੀਤਾ, ਤੇ ਹੁਣ ਸੋ ਦੇਖਦੇ ਹਾਂ ਸੇਵਾ ਚੱਲ ਰਹੀ ਹੈ, ਜਦੋਂ ਕੜ ਟੁੱਟੂਗਾ ਤੇ ਸਾਡਾ ਕਿਲਾ ਵੀ ਟੁੱਟ ਜਾਊ। ਉਹ ਮਹਾਰਾਜ ਦੇ ਕੋਲ ਹੀ ਰਿਹਾ ਹੈ। ਕੜ ਟੂਟਿਓ ਜਬ ਹੀ ਤਿੰਨ ਜਾਨਵ, ਤੇ ਇਸ ਨੇ ਜਾਣ ਲਿਆ ਜਦੋਂ ਇਧਰੋਂ ਕੜ ਟੁੱਟਾ ਹੈ, ਜਲ ਆ ਗਿਆ ਹੈ ਬੌਲੀ ਸਾਹਿਬ ਵਿੱਚ। ਲਿਖ ਲੈ ਗਇਓ ਵਾਰ ਤਿਥ ਮਾਸ, ਸੋ ਮਹੀਨਾ ਥਿਤ ਵਾਰ ਸਮਾਂ ਉਹ ਲਿਖ ਕੇ ਲੈ ਗਿਆ ਸੇਵਕ ਬਾਦਸ਼ਾਹ ਦਾ। ਪਹੁੰਚਿਓ ਚੱਲ ਅਕਬਰ ਕੇ ਪਾਸ, ਤੋ ਇਹ ਜਿਸਲੇ ਵਾਪਸ ਸੋ ਬਾਦਸ਼ਾਹ ਅਕਬਰ ਦੇ ਕੋਲ ਪਹੁੰਚਿਆ ਹੈ। ਜਿਸ ਛਿਨ ਕੜ ਟੂਟਿਓ ਤਿਸ ਕਾਲ, ਜਿਸ ਵੇਲੇ ਇਧਰ ਬੌਲੀ ਸਾਹਿਬ ਦਾ ਕੜ ਟੁੱਟਿਆ ਹੈ, ਤਬ ਹੂੰ ਛੂਟਿਓ ਚਤੌੜ ਵਿਸਾਲ, ਤਦੋਂ ਕਹਿੰਦੇ ਨੇ ਚਤੌੜ ਦਾ ਕਿਲਾ ਜਿਹੜਾ ਸੀ ਉਹ ਵੀ ਟੁੱਟ ਗਿਆ।
ਬਾਦਸ਼ਾਹ ਅਕਬਰ ਦੀ ਜਿੱਤ ਹੋ ਗਈ ਸੀ। ਅਕਬਰ ਔਰ ਪ੍ਰਤੀਤ ਵੱਡ ਆਈ। ਅਕਬਰ ਨੂੰ ਹੁਣ ਗੁਰੂ ਘਰ ਤੇ ਇਉਂ ਭਰੋਸਾ ਆ ਗਿਆ ਵੀ ਮੇਰੇ ਸਤਿਗੁਰੂ ਜੀ ਦੇ ਬਚਨ ਵਿੱਚ ਸੱਤਿਆ, ਜੋ ਕਹਿੰਦੇ ਹਨ ਸਫਲ ਹੁੰਦਾ ਹੈ। ਦਰਸ਼ਨ ਕਰ ਬੇਚਾਹ ਵਧਾਈ। ਤੋ ਇਸ ਦੇ ਮਨ ਵਿੱਚ ਹੁਣ ਇੱਛਾ ਜਾਗੀ ਹੈ ਕਿ ਮੈਂ ਜਾ ਕੇ ਦਰਸ਼ਨ ਕਰਾਂ, ਜਿਹਨਾਂ ਸਤਿਗੁਰਾਂ ਦੇ ਬਚਨ ਦੇ ਨਾਲ ਮੈਨੂੰ ਇੰਨੀ ਵੱਡੀ ਕਾਮਯਾਬੀ ਮਿਲੀ। ਕਿਉਂਕਿ ਜੇ ਅਗਰ ਉਹ ਕਿਲਾ ਇਹਦੇ ਕੋਲ ਨਾ ਟੁੱਟਦਾ, ਆਕੀ ਹੋ ਜਾਂਦਾ, ਉਹਨੂੰ ਦੇਖ ਕੇ ਹੋਰ ਵੀ ਆਕੀ ਹੁੰਦੇ ਤੇ ਇਹਦੀ ਬਾਦਸ਼ਾਹੀ ਜਾਂਦੀ ਲੱਗਣੀ ਸੀ, ਦਿੱਲੀ ਦਾ ਤਖਤ ਇਹਦੇ ਕੋਲ ਖੁੱਸ ਜਾਣਾ ਸੀ। ਇਸ ਵਾਸਤੇ ਇਸ ਨੇ ਗੁਰੂ ਘਰ ਦੀ ਓਟ ਲੈ ਕਰਕੇ ਤੇ ਜਿਸ ਵੇਲੇ ਇਸ ਦੀ ਕਾਮਯਾਬੀ ਹੋਈ ਹੈ ਤੇ ਮਨ ਵਿੱਚ ਇਸ ਨੇ ਵਿਚਾਰ ਕੀਤਾ ਕਿ ਜਾ ਕੇ ਗੁਰੂ ਦਾ ਦਰਸ਼ਨ ਕਰਾਂ। ਆਮ ਖਾਸ ਮਹਿ ਕਰੀ ਪ੍ਰਸ਼ੰਸਾ। ਤੇ ਫਿਰ ਆਮ ਖਾਸ ਹਰ ਤੋਂ ਆਮ ਜਿਹੜੀ ਵੀ ਜਨਤਾ ਲੋਕਾਂ ਦੇ ਵਿੱਚ ਤੇ ਖਾਸ ਜਿਹੜੇ ਅਮੀਰ ਵਜ਼ੀਰ ਇਸ ਦੇ ਕਚਹਿਰੀ ਦੇ ਹੁੰਦੇ, ਨੌ ਰਤਨ ਵਗੈਰਾ ਇਸ ਦੇ ਸਾਰਿਆਂ ਦੇ ਵਿੱਚ ਇਸ ਨੇ ਫਿਰ ਮਹਿਮਾ ਕੀਤੀ ਵੀ ਧੰਨ ਹਨ ਗੁਰੂ ਅਮਰਦਾਸ ਮਹਾਰਾਜ। ਸ੍ਰੀ ਨਾਨਕ ਅੱਲਹ ਨਹਿ ਸੰਸਾ। ਸੋ ਕਹਿੰਦਾ ਹੈ ਕਿ ਦੇਖੋ ਗੁਰੂ ਨਾਨਕ ਤੇ ਖੁਦਾ ਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਫਰਕ ਨਹੀਂ ਹੈ, ਇੱਕੋ ਹੀ ਰੂਪ ਹਨ। ਆਰਫ ਕਾਮਲ ਵਲੀ ਵਿਲਾਇਤ। ਆਪਣੇ ਇਲਾਕੇ ਵਿਲਾਇਤ ਦੇ ਵਿੱਚ ਬਲੀ ਪੂਰਨ ਹਨ, ਖੁਦਾ ਦਾ ਰੂਪ ਹਨ, ਤੇ ਮੇਰੇ ਸਤਿਗੁਰੂ ਜੀ ਪੂਰਨ ਕਾਮਲ ਹਨ। ਹੋਏ ਸਹਾਇ ਦਾਸ ਹਰ ਸਾਇਤ। ਤੋ ਹਰ ਸਮੇਂ ਤੇ ਆਪਣੇ ਸੇਵਕਾਂ ਦੀ ਮਦਦ ਕਰਦੇ ਹਨ ਸਤਿਗੁਰੂ ਜੀ। ਹਿੰਦੂ ਮੁਸਲਮਾਨ ਤੇ ਨਿਆਰੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਭਾਵੇਂ ਕੋਈ ਹਿੰਦੂ ਭਾਵੇਂ ਕੋਈ ਮੁਸਲਮਾਨ, ਮੇਰੇ ਸਤਿਗੁਰੂ ਜੀ ਕਿਸੇ ਕਿਸਮ ਦਾ ਕਿਸੇ ਦੇ ਨਾਲ ਵੀ ਫਰਕ ਨਹੀਂ ਰੱਖਦੇ। ਨਰ ਅਨੇਕ ਦੋਨੋਂ ਤੇ ਤਾਰੇ। ਤੇ ਦੋਨਾਂ ਮਜ਼ਹਬਾਂ ਦੇ ਵਿੱਚੋਂ ਅਨੇਕਾਂ ਲੋਕਾਂ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਨੇ ਤਾਰਿਆ ਹੈ। ਇਹ ਹੁਣ ਦੇਖੋ ਅਕਬਰ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇ ਘਰ ਦੀ ਇਹ ਮਹਿਮਾ ਕਰਦਾ ਗੁਰੂ ਅਮਰਦਾਸ ਮਹਾਰਾਜ ਦੀ। ਪਰ ਜਦੋਂ ਇਸ ਦਾ ਪੁੱਤਰ ਜਹਾਂਗੀਰ ਜਿਹੜਾ ਹੈ ਉਹ ਤਖਤ ਤੇ ਬੈਠਦਾ, ਗੱਦੀ ਲੈਂਦਾ ਹੈ, ਤੇ ਉਹੋ ਹੀ ਜਿਹੜਾ ਫਿਰ ਇਸੇ ਦੇ ਖਿਲਾਫ ਹੋ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਦਾ ਹੈ। ਤੇ ਇਸ ਪ੍ਰਕਾਰ ਸਤਿਗੁਰੂ ਜੀ ਦੀ ਮੌਜ ਹੈ ਤੇ ਮੇਰੇ ਹਜੂਰ ਪਾਤਸ਼ਾਹ ਜੀ ਦੇ ਚਰਨਾਂ ਦੀ ਐਸੀ ਮਹਿਮਾ ਕਰਦਾ ਹੈ ਇਹ ਬਾਦਸ਼ਾਹ। ਲਾਪੁਰ ਚੱਲਹਿ ਮਿਲਹਿ ਦਰਸਾਵਹਿ। ਤੇ ਸੋਚਦਾ ਵੀ ਆਪਾਂ ਲਾਹੌਰ ਚੱਲਦੇ ਆਂ, ਲਾਹੌਰ ਤੋਂ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਇਮ ਨਿਹਚੇ ਕਰ ਪ੍ਰੇਮ ਵਢਾਵਹਿ। ਇਹੋ ਮਨ ਚ ਨਿਸ਼ਚਾ ਵਿਸ਼ਵਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਮਨ ਚ ਵਧਾਇਆ ਅਕਬਰ ਬਾਦਸ਼ਾਹ ਨੇ। ਬਸੀ ਖੱਤਰੀ ਗੰਗੋ ਨਾਮਾ। ਇਸ ਤਰੀਕੇ ਦੇ ਨਾਲ ਇਹ ਅਕਬਰ ਬਾਦਸ਼ਾਹ ਨੇ ਤੇ ਇਹੋ ਆਪਣਾ ਮਨ ਬਣਾਇਆ, ਤਿਆਰੀ ਕੀਤੀ ਹੈ। ਹੁਣ ਇੱਕ ਸੋ ਖੱਤਰੀ ਹੈ ਜਿਹਦਾ ਨਾਮ ਭਾਈ ਗੰਗਾ ਹੈ। ਧਨ ਵਿਵਹਾਰ ਕਰਨ ਤਿਹ ਕਾਮਾ। ਇਸ ਪ੍ਰਕਾਰ ਉਹਦਾ ਕੰਮ ਸੀ ਧਨ ਦਾ ਸ਼ਾਹੂਕਾਰਾ ਕਰਨਾ। ਇਸ ਪ੍ਰਕਾਰ ਸ਼ਾਹੂਕਾਰੇ ਦਾ ਕੰਮ ਕਰਿਆ ਕਰਦਾ ਸੀ। ਦਰਬ ਹਜ਼ਾਰ ਹੋਂ ਬਨਜ ਚਲਾਵੇ। ਤੇ ਹਜ਼ਾਰਾਂ ਹੀ ਰੁਪਈਆਂ ਦਾ ਵਪਾਰ ਚਲਾਉਂਦਾ ਸੀ, ਸ਼ਾਹੂਕਾਰਾ ਕਰਦਾ ਸੀ। ਨਿਤ ਪ੍ਰਤ ਮਤ ਕਰ ਅਦਕ ਵਧਾਵੇ। ਤੇ ਆਪਣੀ ਅਕਲ ਦੇ ਨਾਲ ਵਿਆਜੂ ਪੈਸੇ ਆਦਿਕ ਦੇਣੇ, ਲੋਕਾਂ ਦੇ ਕਾਰ ਵਿਹਾਰ ਕਰਨੇ, ਇਸ ਤਰੀਕੇ ਦੇ ਨਾਲ ਬੜਾ ਇਹ ਧਨ ਦਾ ਵਪਾਰ ਕਰਦਾ, ਬਹੁਤ ਧਨ ਵਧਾਉਂਦਾ ਸੀ ਆਪਣਾ। ਬਿਗੜਿਓ ਏਕ ਬਾਰ ਵਿਵਹਾਰ। ਇੱਕ ਵਾਰ ਇਹਦਾ ਜਿਹੜਾ ਵਿਹਾਰ ਕੰਮ ਸੀ ਨਾ ਉਹ ਵਿਗੜ ਗਿਆ। ਤੋ ਇਸ ਪ੍ਰਕਾਰ ਜਿਹੜੇ ਪੈਸੇ ਲੋਕਾਂ ਨੂੰ ਦਿੱਤੇ ਸੀ ਇਹਨੂੰ ਮੁੜੇ ਨਾ, ਤੇ ਬੜਾ ਇਸ ਨੂੰ ਘਾਟਾ ਪੈ ਗਿਆ। ਪਾਇਸ ਟੋਟਾ ਜਿਤ ਕਿਤ ਸਾਰੇ। ਤੇ ਜਿੱਥੇ ਕਿਤੇ ਕਹਿੰਦੇ ਇਹਨੂੰ ਸਾਰਾ ਹੀ ਘਾਟਾ ਹੀ ਪੈ ਗਿਆ। ਗੰਗੋ ਸ਼ਾਹ ਜਿਹੜਾ ਇਹ ਕੰਗਾਲ ਹੋ ਗਿਆ ਜਦੋਂ। ਨਹੀਂ ਸਹਾਇਕ ਕੋ ਤਿਸ ਭਇਓ। ਤੋ ਉਸ ਵੇਲੇ ਇਸ ਦਾ ਕੋਈ ਮਦਦਗਾਰ ਨਹੀਂ ਬਣਿਆ ਵੀ ਇਸ ਨੂੰ ਕੋਈ ਸਹਾਰਾ ਦੇ ਕੇ ਇਹਦਾ ਕਾਰੋਬਾਰ ਚਲਾਈਏ। ਉਤੋ ਉਧਾਰ ਨਾ ਸੋ ਕਿਨ ਦਇਓ। ਇਸ ਪ੍ਰਕਾਰ ਜੋ ਵੀ ਉਧਾਰ ਗਿਆ ਹੋਇਆ ਸੀ, ਵਿਆਜੂ ਪੈਸਾ ਲੋਕਾਂ ਨੂੰ ਦਿੱਤਾ ਸੀ, ਉਹ ਕਿਸੇ ਪਾਸੋਂ ਵੀ ਆਇਆ ਨਾ। ਵੱਡਾ ਕਸ਼ਟ ਹੋਏ ਸ ਮਨ ਮਾਹੀ। ਇਸ ਨੂੰ ਵੱਡਾ ਭਾਰੀ ਦੁੱਖ ਹੋਇਆ ਉਸ ਵੇਲੇ। ਸੋ ਕਿਉਂਕਿ ਮਾਇਆਧਾਰੀ ਬੰਦਾ ਸੀ, ਇੱਕਦਮ ਜਿਸ ਵੇਲੇ ਇਉਂ ਗਰੀਬੀ ਛਾ ਗਈ, ਬੜਾ ਘਬਰਾਇਆ ਇਹ। ਸੋ ਉਪਚਾਰ ਚੱਲਿਓ ਤਿਸ ਨਾਹੀ। ਤੋ ਇਸ ਦੇ ਕੋਲ ਹੁਣ ਕੋਈ ਵੀ ਆਪਣਾ ਯਤਨ ਨਹੀਂ ਚੱਲਿਆ ਕਿ ਮੈਂ ਆਪਣਾ ਕੰਮ ਜਿਹੜਾ ਹੈ ਉਸ ਨੂੰ ਦੁਬਾਰਾ ਸ਼ੁਰੂ ਕਰ ਸਕਾਂ। ਨਿਜ ਕੁਟੰਬ ਸੰਬੰਧੀ ਆਨ। ਤੋ ਆਪਣੇ ਸੋ ਪਰਿਵਾਰ ਹੋਰ ਜਿਹੜੇ ਸੰਬੰਧੀ ਸਨ ਤੇ ਹੋਰ ਜਿਹੜੇ ਸੱਜਣ ਮਿੱਤਰ ਸੀ ਸਾਰਿਆਂ ਨੂੰ ਟੋਹ ਲਿਆ ਇਸ ਨੇ ਕਿ ਕੋਈ ਮਦਦ ਕਰੇ ਤੇ ਮੈਂ ਆਪਣਾ ਕਾਰੋਬਾਰ ਜਿਹੜਾ ਹੈ ਸੰਭਾਲ ਸਕਾਂ। ਅਰਜਨ ਸੰਗ ਬਨਜ ਕੋ ਠਾਨ। ਤੇ ਜਿਹੜਾ ਲੋਕਾਂ ਦੇ ਨਾਲ ਇਹ ਵਪਾਰ ਕਰਿਆ ਕਰਦਾ ਸੀ ਆਪਣੇ ਸਾਥੀਆਂ ਦੇ ਨਾਲ, ਸਖਾ ਆਦ ਸਭ ਤੇ ਦੁਖ ਪਾਇਸ। ਤੋ ਜਿਹੜੇ ਸਕੇ
ਸੋ ਇਸ ਪ੍ਰਕਾਰ ਸੱਜਣ ਮਿੱਤਰ ਬਣੇ ਹੋਏ ਸਨ, ਮਿੱਤਰ ਸਖੇ ਸਨ। ਸਾਰਿਆਂ ਤੋਂ ਦੁੱਖ ਇਸ ਨੂੰ ਮਿਲਿਆ, ਕਿਸੇ ਨੇ ਇਸ ਨੂੰ ਸਹਾਰਾ ਨਹੀਂ ਦਿੱਤਾ ਹੈ। ਟਿਕਿਓ ਨਾ ਪਾਗ ਕਰ ਰਹਿਓ ਉਪਾਇਸ, ਬਥੇਰੇ ਯਤਨ ਕੀਤੇ ਪਰ ਇਸ ਦੇ ਪੈਰ ਟਿਕ ਨਹੀਂ ਸਕੇ ਹਨ ਆਪਣੇ ਸ਼ਾਹੂਕਾਰੇ ਵਿੱਚ। ਚਹੁ ਦਿਸ ਤੇ ਜਬ ਸੰਕਟ ਭਰਿਓ, ਸੋ ਚਾਰ ਚਫੇਰਿਓ ਜਿਸ ਵੇਲੇ ਇਸ ਨੂੰ ਬੜਾ ਭਾਰੀ ਸੰਕਟ ਦੁੱਖ ਆਣ ਬਣਿਆ ਹੈ ਤਾਂ ਸਤਿਗੁਰ ਸੋ ਜਸ ਸ਼ਰਵਨ ਤਿਨ ਕਰਿਓ। ਇਸ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜਸ ਸੁਣਿਆ ਭਾਈ ਗੰਗੋ ਸ਼ਾਹ ਨੇ। ਚੋਰ ਸਭਨ ਕੋ ਨਿਕਸਿਓ ਕੈਸੇ, ਇਹ ਕਿਸੇ ਨਾ ਕਿਸੇ ਤਰੀਕੇ ਸਾਰਿਆਂ ਨੂੰ ਛੱਡ ਕਰਕੇ ਨਿਕਲ ਆਇਆ ਉਹਨਾਂ ਵਿੱਚੋਂ। ਫਸਿਓ ਜਾਲ ਝੱਖ ਤਿਆਗਿਓ ਜੈਸੇ, ਜਿਵੇਂ ਕੋਈ ਮੱਛ ਜਿਹੜਾ ਜਾਲ 'ਚ ਫਸ ਜਾਵੇ ਤੇ ਉਹਦੇ ਵਿੱਚੋਂ ਛੁੱਟ ਜਾਵੇ, ਇਉਂ ਇਹ ਇਸ ਕਰਜ਼ੇ ਵਿੱਚ ਦੱਬੇ ਹੋਏ ਕੁਟੰਬ ਦੇ ਵਿੱਚ ਫਸੇ ਹੋਏ ਨੇ। ਸੋ ਉਹ ਜਿਵੇਂ ਜਾਲ ਵਿੱਚੋਂ ਮੱਛ ਇਉਂ ਨਿਕਲ ਆਇਆ, ਮੇਰੇ ਗੁਰੂ ਦੇ ਦਰਸ਼ਨਾਂ ਵਾਸਤੇ ਆਇਆ ਹੈ। ਔਰ ਸ੍ਰੀ ਅਮਰ ਆਸ ਇੱਕ ਧਾਰੀ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਸ ਮਨ 'ਚ ਧਾਰੀ ਆ ਕਿ ਮੇਰੇ ਸਤਿਗੁਰੂ ਜੀ ਹੁਣ ਬਾਂਹ ਫੜਨਗੇ ਮੇਰੀ। ਪਰਿਓ ਸਰਨ ਹੋਏ ਦੁੱਖ ਤੇ ਪਾਰੀ, ਇਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਸ਼ਰਨ ਵਿੱਚ ਆਣ ਕੇ ਪਿਆ ਤੇ ਸੋਚਿਆ ਕਿ ਹੁਣ ਮੈਂ ਦੁੱਖ ਤੋਂ ਪਾਰ, ਮੇਰਾ ਦੁੱਖ ਨਿਵਰਤ ਹੋ ਜਾਊਗਾ। ਦ੍ਰਿੜ ਪ੍ਰਤੀਤ ਧਰ ਦਰਸ਼ਨ ਆਇਓ, ਬੜਾ ਮਨ 'ਚ ਪੱਕਾ ਵਿਚਾਰ ਧਾਰ ਕੇ ਦਰਸ਼ਨਾਂ 'ਚ ਆਣ ਪਹੁੰਚਾ ਹੈ। ਪ੍ਰਥਮ ਦੇਗ ਤੇ ਭੋਜਨ ਖਾਇਓ, ਗੁਰੂ ਦੇ ਬਖਸ਼ੇ ਨਿਯਮ ਅਨੁਸਾਰ ਲੰਗਰ ਦੀ ਪੰਗਤ 'ਚ ਬੈਠ ਕਰਕੇ ਇਸਨੇ ਭੋਜਨ ਛਕਿਆ। ਪ੍ਰੇਮ ਧਾਰ ਪੁਨ ਗਮਨਿਓ ਪਾਸ, ਫਿਰ ਬੜਾ ਮਨ 'ਚ ਪ੍ਰੇਮ ਧਾਰ ਕੇ ਸਾਹਿਬ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਾ ਹੈ। ਦੇਖੇ ਜਬ ਮਨ ਭਇਓ ਹੁਲਾਸ, ਜਦੋਂ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਬੜਾ ਭਾਰੀ ਮਨ ਨੂੰ ਉਤਸ਼ਾਹ ਮਿਲਿਆ, ਹੌਸਲਾ ਮਿਲਿਆ ਇਸ ਨੂੰ ਦਰਸ਼ਨ ਕਰਕੇ ਹੀ। ਤਰਾਹੇ ਤਰਾਹੇ ਕਰ ਸਰਨੀ ਪਰਿਓ, ਤੇ ਮੇਰੇ ਸਤਿਗੁਰਾਂ ਦੇ ਚਰਨ ਮਹਾਰਾਜ ਸੱਚ ਰੱਖਿਆ ਕਰੋ ਮਹਾਰਾਜ ਮੇਰੇ ਤੇ ਮਿਹਰ ਕਰੋ, ਇਉਂ ਸ਼ਰਨ ਵਿੱਚ ਪਿਆ ਹੈ ਆਣ ਕੇ। ਗੁਰ ਪਗ ਪੰਕਜ ਪਰ ਸਿਰ ਧਰਿਓ, ਸਤਿਗੁਰਾਂ ਦੇ ਕਮਲਾਂ ਵਰਗੇ ਸੁੰਦਰ ਚਰਨਾਂ ਤੇ ਇਸਨੇ ਸਿਰ ਰੱਖ ਦਿੱਤਾ ਹੈ। ਬੈਠਿਓ ਨਿਕਟ ਕਹਿਓ ਗੁਰ ਦਇਆਲ, ਇਸ ਪ੍ਰਕਾਰ ਸੋ ਕੋਲ ਬੈਠ ਕਰਕੇ ਦਿਆਲੂ ਸਤਿਗੁਰੂ ਨੂੰ ਬੇਨਤੀ ਕੀਤੀ ਹੈ। ਕਹੋ ਗੰਗੋ ਕਿਆ ਤੋਰ ਹਵਾਲ, ਸਾਹਿਬ ਗੁਰੂ ਅੰਤਰਜਾਮੀ ਜੀ ਨੇ ਕਹੇ ਭਾਈ ਗੰਗੋ ਵੀ ਕੀ ਹਾਲ ਤੇਰਾ, ਦੱਸ ਸਾਨੂੰ। ਸੁਨ ਕੇ ਨਿਜ ਸੰਕਟ ਸਭ ਕਹਿਓ, ਸੁਣ ਕੇ ਆਪਣਾ ਸਾਰਾ ਦੁੱਖ ਜਿਹੜਾ ਸੀ ਗੁਰੂ ਸਾਹਿਬ ਨੂੰ ਸੁਣਾ ਦਿੱਤਾ ਹੈ ਗੰਗੋ ਸ਼ਾਹ ਨੇ। ਪ੍ਰਭ ਜੀ ਧਨ ਟੋਟਾ ਮੈਂ ਲਹਿਓ, ਗਰੀਬ ਨਿਵਾਜ ਮੈਨੂੰ ਮਾਇਆ ਦਾ ਘਾਟਾ ਪੈ ਗਿਆ, ਸੋ ਧਨ ਦਾ ਘਾਟਾ ਪਿਆ ਹੈ ਮਹਾਰਾਜ। ਗੁਰੂ ਕਹਿਓ ਅਬ ਦਿੱਲੀ ਜਾਈਏ, ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਕੋਈ ਗੱਲ ਨਹੀਂ, ਗੁਰੂ ਨਾਨਕ ਦੇ ਘਰ ਆਇਆ ਹੁਣ ਤੂੰ ਏਦਾਂ ਕਰ ਦਿੱਲੀ ਵਿੱਚ ਚਲਾ ਜਾ। ਮਾਨ ਬਾਕ ਤਹ ਕੋਠੀ ਪਾਈਐ, ਉੱਥੇ ਜਾ ਕਰਕੇ ਤੂੰ ਆਪਣਾ ਕੋਠੀ ਪਾ, ਆਪਣਾ ਸ਼ਾਹੂਕਾਰਾ ਵਪਾਰ ਜਿਹੜਾ ਹੈ ਉਹਨੂੰ ਸ਼ੁਰੂ ਕਰ ਤੂੰ ਜਾ ਕੇ। ਸਤ ਸੰਗਤ ਕੀ ਸੇਵਾ ਕਰਹੁ, ਗੁਰੂ ਦੀ ਸਤ ਸੰਗਤ ਦੀ ਸੇਵਾ ਕਰਿਆ ਕਰ। ਹੋਵੇ ਹੈ ਦਰਬ ਨਾ ਚਿੰਤਾ ਧਰਹੁ, ਤੇ ਕੋਈ ਚਿੰਤਾ ਨਾ ਕਰ, ਗੁਰੂ ਦਾ ਬਚਨ ਹੈ, ਸੰਗਤ ਕਰੀ, ਨਾਮ ਦਾ ਸਿਮਰਨ ਕਰੀ, ਗੁਰਸਿੱਖੀ ਕਮਾਵੀਂ ਤੇ ਧਨ ਦਾ ਘਾਟਾ ਨਹੀਂ ਰਹੂਗਾ। ਸ੍ਰੀ ਗੁਰ ਕੀ ਆਇਸ ਲੈ ਗਇਓ, ਸਤਿਗੁਰਾਂ ਦੀ ਆਗਿਆ ਲੈ ਕਰਕੇ ਦਿੱਲੀ ਵਿੱਚ ਪਹੁੰਚ ਗਿਆ ਹੈ। ਔਰ ਮੈਂ ਕੋਠੀ ਪਾਵਤ ਭਇਓ, ਦਿੱਲੀਪੁਰੀ ਵਿੱਚ ਜਾ ਕਰਕੇ ਇਸ ਨੇ ਇਸ ਪ੍ਰਕਾਰ ਆਪਣਾ ਸੋ ਵਿਹਾਰ ਸ਼ੁਰੂ ਕੀਤਾ, ਕੋਠੀ ਪਾ ਲਈ ਹੈ। ਮੁਗਲ ਅਚਾਨਕ ਇੱਕ ਤਹ ਆਇਓ, ਹੁਣ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਇੱਕ ਮੁਗਲ ਸੀ ਤੇ ਇਸ ਪ੍ਰਕਾਰ ਉਹ ਚੱਲ ਕੇ ਆਇਆ ਹੈ ਦਿੱਲੀ ਵਿੱਚ। ਲਾਖ ਮੋਹਰ ਜਿਨ ਸੰਗ ਲਦਾਇਓ, ਇਸ ਨੇ 1 ਲੱਖ ਮੋਹਰ ਇਹਦੇ ਕੋਲ ਧਨ ਸੀ ਤੇ ਉਦੋਂ ਮੋਹਰਾਂ ਜਿਹੜੀਆਂ ਸੀ ਸੋਨੇ ਦੀਆਂ ਚਾਂਦੀ ਦੀਆਂ ਇਉਂ ਹੁੰਦਾ ਸੀ, ਕਰੰਸੀ ਜਿਹੜੀ ਸੀ ਇਸ ਨੇ ਖੱਚਰਾਂ ਲੱਦੀਆਂ ਹੋਈਆਂ ਸੀ। ਲੱਖ ਧਨ ਕਿੰਨਾ ਭਾਰ ਬਣ ਜਾਂਦਾ ਜੇ ਸੋ 12 ਮਾਸੇ ਦਾ ਤੋਲਾ ਹੁੰਦਾ ਸੀ ਤੇ ਚਾਂਦੀ ਦਾ ਰੁਪਈਆ 1 ਤੋਲੇ ਦਾ ਹੁੰਦਾ ਸੀ। ਉਹ ਤੋਲੇ ਦਾ ਹਿਸਾਬ ਲਾ ਲਓ ਤੇ ਜੇ 86 ਕੁ ਤੋਲੇ ਹੋਣ ਤੇ ਉਹਦਾ ਕਿਲੋ ਬਣ ਜਾਂਦਾ ਤੇ ਕਿੰਨਾ ਭਾਰ ਲਈ ਫਿਰਦਾ ਸੀ ਨਾਲ। ਇਹਨੂੰ ਖਤਰਾ ਸੀ ਕਿ ਮੈਂ ਲਾਹੌਰ ਤੱਕ ਜਾਵਾਂਗਾ ਤੇ ਕਿਤੇ ਕੋਈ ਡਾਕਾ ਪੈ ਗਿਆ ਤੇ ਲੁੱਟਿਆ ਜਾਊਂ। ਇਸ ਵਾਸਤੇ ਇਹ ਸੇਫ ਆਪਣਾ ਧਨ ਲਿਜਾਣਾ ਚਾਹੁੰਦਾ ਸੀ ਲਾਹੌਰ ਦੇ ਵਿੱਚ। ਏਕ ਫਰਦ ਹੁੰਡੀ ਕੋ ਚਾਹੇ, ਇਹ ਚਾਹੁੰਦਾ ਸੀ ਕਿ ਇੱਥੇ ਕੋਈ ਦਿੱਲੀ ਵਿੱਚ ਐਸਾ ਸ਼ਾਹੂਕਾਰ ਹੋਵੇ, ਇਹ ਜਿਹੜਾ ਮੇਰਾ ਲੱਖ ਰੁਪਈਆ ਹੈ ਮੋਹਰਾਂ ਨੇ ਲੱਖ, ਉਹ ਲੈ ਕਰਕੇ ਤੇ ਮੈਨੂੰ ਹੁੰਡੀ ਕਰ ਦੇਵੇ। ਪੁਰਾਣੇ ਸਮੇਂ 'ਚ ਸ਼ਾਹੂਕਾਰਾਂ ਦੀ ਹੁੰਡੀ ਚੱਲਦੀ ਸੀ, ਜਿਸ ਤਰੀਕੇ ਨਾਲ ਅੱਜ ਕੱਲ੍ਹ ਚੈੱਕ ਕੱਟੇ ਜਾਂਦੇ ਨੇ ਜਾਂ ਡਰਾਫਟ ਬਣਾਏ ਜਾਂਦੇ ਹੈ। ਉਹ ਕਾਗਜ਼ ਲੈ ਕੇ ਜਾਣਾ ਸੌਖਾ ਹੈ, ਇੰਨਾ ਧਨ ਲੈ ਕਰਕੇ ਜਾਣਾ ਔਖਾ ਸੀ। ਇਹ ਚਾਹੁੰਦਾ ਸੀ ਵੀ ਇਹ ਜਿਹੜਾ ਮੇਰੀ ਲੱਖ ਮੋਹਰ ਹੈ ਨਾ,
ਉਸ ਦੀ ਕੋਈ ਹੁੰਡੀ ਬਣਾ ਦਵੇ। ਬੂਝਤ ਫਿਰਤ ਕੋਠੀਅਨ ਮਾਹੇ, ਇਸ ਪ੍ਰਕਾਰ ਸ਼ਾਹੂਕਾਰਾਂ ਦੀਆਂ ਕੋਠੀਆਂ ਦੇ ਵਿੱਚ ਇਸ ਪ੍ਰਕਾਰ ਸੋ ਇਹ ਜਾ ਕਰਕੇ ਪੁੱਛਦਾ ਫਿਰਦਾ ਸੀ ਇਸ ਕੰਮ ਲਈ। ਸੁਨ ਹੁੰਡੀ ਇੱਕ ਕਰੇ ਨਾ ਕੋਊ, ਤੇ ਹੁਣ ਜਿਸ ਵੇਲੇ ਕਹਿੰਦੇ ਜੀ ਲੱਖ ਮੋਹਰ, ਉਹਦੀ ਹੁੰਡੀ ਕੋਈ ਕਰੇ ਨਾ। ਐਡਾ ਵੱਡਾ ਕਿਸੇ ਦਾ ਵਿਸ਼ਵਾਸ ਬਣਿਆ ਹੋਵੇ ਵੀ ਇੱਥੋਂ ਮੈਂ ਕਾਗਜ਼ ਲਿਖ ਦੇਵਾਂ ਤੇ ਜਿੱਥੇ ਸ਼ਾਹੂਕਾਰ ਉਹ ਲੱਖ ਜਾ ਕੇ ਤੇ ਮੋਹਰ ਦੇ ਦੇਵੇ ਇਸ ਨੂੰ। ਇਸ ਤਰੀਕੇ ਦੇ ਨਾਲ ਕੋਈ ਵੀ ਇੰਨਾ ਯਕੀਨ ਨਹੀਂ ਕਰਦਾ ਸੀ ਜਾਂ ਇੰਨੀ ਸਮਰੱਥਾ ਨਹੀਂ ਸੀ ਰੱਖਦਾ ਜੀ। ਦਰਬ ਅਦਕ ਤੇ ਤਰਾਸਤ ਸੋਊ, ਸਾਰੇ ਡਰਦੇ ਸਨ ਕਿ ਧਨ ਬਹੁਤਾ ਹੈ, ਕਿਤੇ ਧੋਖਾ ਨਾ ਹੋ ਜਾਏ, ਇਸ ਵਾਸਤੇ ਡਰਦੇ ਸਨ। ਤਬ ਗੰਗੋ ਕੀ ਕੋਠੀ ਆਇਓ, ਇਉਂ ਸੁਣਦਾ ਸੁਣਾਉਂਦਾ ਉਹ ਮੁਗਲ ਜਿਹੜਾ ਸੀ ਭਾਈ ਗੰਗੋ ਸ਼ਾਹ ਦੀ ਕੋਠੀ ਆ ਗਿਆ ਸਥਾਨ ਤੇ। ਇੱਕ ਹੁੰਡੀ ਮੈਂ ਚਾਹਤ ਕਰਾਇਓ, ਤੇ ਆਣ ਕੇ ਬੇਨਤੀ ਕੀਤੀ ਵੀ ਆਹ ਲੱਖ ਮੋਹਰ ਹੈ ਤੇ ਮੈਨੂੰ ਇੱਕ ਹੁੰਡੀ ਚਾਹੀਦੀ ਹੈ। ਸੋ ਥੋੜੇ ਥੋੜੇ ਧਨ ਦੀਆਂ ਨਹੀਂ, ਇੱਕੋ ਵਾਰ ਮੈਨੂੰ ਇਹ ਲੱਖ ਮੋਹਰ ਦੀ ਹੁੰਡੀ ਜਿਹੜੀ ਹੈ ਲਿਖਤ ਮੈਨੂੰ ਬਣਾ ਦਿਓ। ਸਤਿਗੁਰ ਕੇ ਬਚ ਸਿਮਰਨ ਕਰੇ, ਤਾਂ ਇਸ ਨੇ ਹੁਣ ਭਾਵੇਂ ਸਾਰੇ ਤਾਂ ਡਰਦੇ ਸਨ, ਇਹਨੂੰ ਹੁਣ ਗੁਰੂ ਤੇ ਭਰੋਸਾ ਸੀ, ਇਸ ਵਾਸਤੇ ਇਹਨੇ ਗੁਰੂ ਦੇ ਬਚਨ ਚੇਤੇ ਕੀਤੇ ਹਨ। ਇਸ ਤੇ ਧਨ ਮਮ ਬਿਰਧਤਾ ਧਰੇ, ਤੇ ਮਨ 'ਚ ਸੋਚਦਿਆਂ ਮੇਰੇ ਗੁਰੂ ਦਾ ਵਰ ਤੇ ਮਿਲਿਆ ਹੀ ਹੋਇਆ, ਇਸ ਤੋਂ ਮੇਰਾ ਧਨ ਦਾ ਵਾਧਾ ਹੋ ਜਾਊਗਾ। ਇਉਂ ਜਾਣ ਕੇ ਗੁਰੂ ਤੇ ਭਰੋਸਾ ਕਰਕੇ ਇਸ ਨੇ ਮੈਂ ਕਰਹੂੰ ਹੁੰਡੀ ਕਹਿ ਦਇਓ, ਇਸ ਨੇ ਇਸ ਪ੍ਰਕਾਰ ਸੋ ਵਿਸ਼ਵਾਸ ਕਰਕੇ ਗੁਰੂ ਤੇ ਇਸ ਨੂੰ ਸੋ ਮੁਗਲ ਨੂੰ ਵਚਨ ਕਰ ਦਿੱਤਾ ਭਈ ਮੈਂ ਤੈਨੂੰ ਲੱਖ ਮੋਹਰ ਦੀ ਹੁੰਡੀ ਕਰ ਦਿੰਦਾ, ਇਹ ਕੰਮ ਤੇਰਾ ਮੈਂ ਕਰਦਾ ਹਾਂ। ਦਰਬ ਮੁਗਲ ਤੇ ਸਗਰੋ ਲਿਓ, ਤੇ ਸਾਰਾ ਧਨ ਇਸ ਨੇ ਲੈ ਲਿਆ ਹੈ ਜੋ ਲੱਖ ਮੋਹਰ ਸੀ। ਲਿਖੀ ਦਰਸ਼ਨੀ ਤਿਹ ਕਰ ਦੀਨੀ, ਇਸ ਨੇ ਦਰਸ਼ਨੀ ਉਹ ਹੁੰਡੀ ਜਿਹੜੀ ਸੀ ਕਾਗਜ਼ ਲਿਖ ਦਿੱਤਾ ਹੈ। ਲੇਕਰ ਲਾਪੁਰ ਤਿਆਰੀ ਕੀਨੀ, ਤੋ ਉਹ ਮੁਗਲ ਜਿਹੜਾ ਸੀ ਉਹ ਸੌਖਾ ਖੁਸ਼ੀ ਹੋ ਗਿਆ। ਤੋ ਆਪਣੀ ਉਹ ਸੋ ਲੈ ਕਰਕੇ ਜੋ ਹੁੰਡੀ ਸੀ ਕਾਗਜ਼ ਲੈ ਕਰਕੇ ਲਾਹੌਰ ਨੂੰ ਤਿਆਰ ਹੋਇਆ ਜਾਣ ਨੂੰ। ਤਬ ਗੰਗੋ ਦੀ ਨਾਰ ਜੋ ਸਾਰੀ, ਤੇ ਭਾਈ ਗੰਗੋ ਸ਼ਾਹ ਨੇ ਇਹ ਜਿਤਨੀ ਇਹ ਮੋਹਰ ਸੀ ਸਾਰੀ ਪਹੁੰਚਾਈ ਤਿਸ ਨਗਰ ਅਗਾਰੀ। ਤੋ ਇਹ ਸ਼ਾਹੂਕਾਰਾਂ ਦੇ ਕੰਮ ਚੱਲਦੇ ਹੁੰਦੇ, ਇਹਨੇ ਦਿੱਲੀ ਤੋਂ ਲਾਹੌਰ ਜਿਹੜੀ ਆ ਉਹਦੇ ਪਹੁੰਚਣ ਤੋਂ ਪਹਿਲਾਂ ਪਹੁੰਚਾ ਦਿੱਤਾ ਧਨ ਇਸ ਦਾ। ਮੁਗਲ ਪ੍ਰਵੇਸ਼ਿਓ ਲਾਭਪੁਰ ਜਾਏ, ਜਦੋਂ ਲਾਹੌਰ ਵਿੱਚ ਜਾ ਕੇ ਉਹ ਮੁਗਲ ਪਹੁੰਚਾ ਹੈ ਤਾਂ ਗਇਓ ਬਨਕ ਢਿੱਗ ਹਾਟ ਪੁਛਾਏ। ਤੋ ਜਿਸ ਦਾ ਇਹਨੇ ਐਡਰੈਸ ਦਿੱਤਾ ਸੀ ਉਸ ਸ਼ਾਹੂਕਾਰ ਦਾ ਨਾਮ ਪੁੱਛ ਕਰਕੇ ਉਹ ਮੁਗਲ ਉਹਦੇ ਕੋਲ ਪਹੁੰਚ ਗਿਆ ਲਾਹੌਰ ਵਿੱਚ। ਮੋਰ ਦਰਸ਼ਨੀ ਹੁੰਡੀ ਲੇਹੋ, ਤੇ ਇਸ ਪ੍ਰਕਾਰ ਉਹ ਹੁੰਡੀ ਜਾਂ ਦਰਸ਼ਨੀ ਜਿਹਨੂੰ ਪਰਚੀ ਕਹਿੰਦੇ ਸੀ ਉਹ ਜਿਹੜੀ ਹੈ ਜਾ ਕੇ ਜਦੋਂ ਦਿਖਾਈ ਹੈ, ਕਹਿੰਦਾ ਜੀ ਆ ਲਓ ਜੀ ਲਾਖ ਮੋਹਰ ਅਬ ਗਿਣ ਕਰ ਦੇਹੋ, ਤੇ ਗਿਣ ਕਰਕੇ ਮੈਨੂੰ ਲੱਖ ਮੋਹਰ ਜਿਹੜੀ ਆ ਮੇਰੀ ਦੇ ਦਿਓ। ਪਹੁੰਚੀ ਮੋਹਰ ਸੋ ਦਈ ਨਿਕਾਸ, ਤੋ ਝੱਟ ਉਹਦੇ ਕੋਲ ਮੋਹਰ ਪਹੁੰਚ ਗਈਆਂ ਸੀ, ਉਸ ਨੇ ਗਿਣ ਕਰਕੇ ਜਿਹੜੀਆਂ ਸੀ ਇਹਨੂੰ ਲੱਖ ਮੋਹਰ ਦੇ ਦਿੱਤੀ ਮੁਗਲ ਨੂੰ। ਗਇਓ ਮੁਗਲ ਲੈ ਹਿਰਦੇ ਹੁਲਾਸ, ਬੜਾ ਖੁਸ਼ ਹੋ ਕਰਕੇ ਜਸ ਕਰਦਾ ਹੈ ਇਸ ਗੰਗੋ ਸ਼ਾਹ ਦਾ, ਤੇ ਮੁਗਲ ਚਲਾ ਗਿਆ। ਤਿਸ ਪਿਛੇ ਗੰਗੋ ਕੋ ਕਾਮ, ਉਸ ਤੋਂ ਬਾਅਦ ਫਿਰ ਵਿਸ਼ਵਾਸ ਬਣ ਗਿਆ ਸਾਰਿਆਂ ਵਿੱਚ, ਸਾਰੀ ਮਾਰਕੀਟ ਦੇ ਵਿੱਚ ਭਰੋਸਾ ਹੋ ਗਿਆ ਵੀ ਇਹ ਤਾਂ ਲੱਖ ਦੀ ਹੁੰਡੀ ਕਰ ਦਿੱਤੀ ਜੀ। ਇਉਂ ਇਹਦਾ ਕੰਮ ਚੱਲ ਪਿਆ ਸ਼ਾਹੂਕਾਰੇ ਦਾ। ਭਇਓ ਬ੍ਰਿਧ ਤੈਸੋ ਧਨ ਧਾਮ, ਤੇ ਇਹਦਾ ਘਰ-ਬਾਰ ਧਨ ਦੌਲਤ ਗੁਰੂ ਨੇ ਭਰ ਦਿੱਤਾ ਹੈ। ਵਧੀ ਪ੍ਰਤੀਤ ਚੱਲਿਓ ਵਿਵਹਾਰ, ਬੜਾ ਭਰੋਸਾ ਗੁਰੂ ਤੇ ਬਣਿਆ, ਬੜਾ ਵਿਹਾਰ ਚੱਲ ਗਿਆ ਮਾਇਆ ਦਾ। ਜਾਣਿਓ ਬਹੁਤੇ ਨਗਰ ਮਝਾਰ, ਬਹੁਤ ਨਗਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਇਹਦੀ ਸ਼ੋਭਾ ਹੋ ਗਈ ਹੈ। ਕਿਤਕ ਬਰਸ ਬੀਤੇ ਤਿਸ ਥਾਇਓ, ਇਹਨੂੰ ਇਸੇ ਤਰ੍ਹਾਂ ਦਿੱਲੀ ਵਿੱਚ ਸ਼ਾਹੂਕਾਰਾ ਕਰਦਿਆਂ ਧਨ ਦੌਲਤ ਮਾਣਦਿਆਂ ਹੋਇਆਂ ਕਈ ਸਾਲ ਗੁਜ਼ਰ ਗਏ। ਜਦੋਂ ਤਬ ਸ੍ਰੀ ਅਮਰ ਨਿਕਟ ਦਿਜ ਆਇਓ, ਤਾਂ ਮੇਰੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਦੇ ਵਿੱਚ ਇੱਕ ਬ੍ਰਾਹਮਣ ਆਇਆ ਹੈ। ਕੰਨਿਆ ਏਕ ਨਿਕੇਤ ਕੁਮਾਰੀ, ਨੌਜਵਾਨ ਬੱਚੀ ਮੁਟਿਆਰ ਇਸ ਦੇ ਘਰ ਵਿੱਚ ਸੀ ਪੰਡਤ ਬ੍ਰਾਹਮਣ ਦੇ। ਸ੍ਰੀ ਗੁਰ ਆਇਓ ਸ਼ਰਨ ਤੁਮਾਰੀ, ਤੇ ਬੇਨਤੀ ਕੀਤੀ ਹੈ ਹੇ ਮੇਰੇ ਸਤਿਗੁਰੂ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਜੀ। ਕਿਤਕ ਦਰਬ ਤੁਮ ਤੇ ਜਬ ਪਾਵੋ, ਮੈਨੂੰ ਮਹਾਰਾਜ ਜਦੋਂ ਥੋੜਾ ਜਿਹਾ ਧਨ ਮੈਨੂੰ ਦੇ ਦਿਓਗੇ ਤਾਂ ਕੰਨਿਆ ਪਾਨ ਗ੍ਰਹਿਣ ਕਰਵਾਵੋ, ਤੇ ਮਹਾਰਾਜ ਮੈਂ ਆਪਣੀ ਬੱਚੀ ਦਾ ਜਿਹੜਾ ਹੈ ਸ਼ਾਦੀ ਆਨੰਦ ਕਾਰਜ ਕਰ ਦਿਆਂਗਾ। ਰਿਣ ਰਿਪ ਬਲ ਤੇ ਦੁਖ ਨਹਿ ਐਸੇ, ਤੋ ਕਹਿੰਦੇ ਦੁਸ਼ਮਣ ਤੋਂ ਤੇ ਕਰਜ਼ੇ ਤੋਂ ਕਹਿੰਦੇ ਨੇ ਉਹਨਾਂ ਬੰਦੇ ਨੂੰ ਡਰ ਨਹੀਂ ਹੁੰਦਾ ਹੈ। ਪਿਤ ਕੁਮਾਰ ਕੋ ਪਾਵਤ ਜੈਸੇ, ਪਿਤਾ ਦੇ ਘਰ ਵਿੱਚ ਕੁਆਰੀ ਕੰਨਿਆ ਮੁਟਿਆਰ ਜਿਹੜਾ ਉਹਦਾ ਇੰਨਾ ਭਾਰੀ ਜਿਹੜਾ ਨਾ ਭੈ ਹੁੰਦਾ, ਦੁੱਖ ਹੁੰਦਾ ਹੈ ਆਦਮੀ ਨੂੰ। ਸ੍ਰੀ ਗੁਰ ਕਿਰਪਾ ਧਾਰ ਸੁਖ ਰਾਸ, ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁੱਖਾਂ ਦੇ ਖਜ਼ਾਨੇ ਨੇ ਕਿਰਪਾ ਕੀਤੀ ਇਸ ਬ੍ਰਾਹਮਣ ਤੇ,
ਤੇ ਮੇਰੇ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਲਿਖੇ ਰਜਤ ਪਣ ਦੇਹੋ 50। ਮੇਰੇ ਸਤਿਗੁਰੂ ਜੀ ਨੇ ਸੋ ਪੱਤਰਕਾ ਲਿਖਾ ਦਿੱਤੀ ਗੰਗੋ ਸ਼ਾਹ ਨੂੰ, ਭਈਆ ਅਸੀਂ ਸੇਵਕ ਭੇਜ ਰਹੇ ਹਾਂ, ਇਸ ਨੂੰ 50 ਰੁਪਏ ਦੇ ਦੇਣੇ। ਉਹਨਾਂ ਸਮਿਆਂ 'ਚ 50 ਰੁਪਏ ਬਹੁਤ ਹੁੰਦੇ ਸੀ, ਤੋ ਇਹ 50 ਰੁਪਏ ਇਸ ਨੂੰ ਦੇ ਦੇਣੇ ਹੈ। ਗੰਗੋ ਪਰ ਹੁੰਡੀ ਕਰ ਦੀਨ। ਤੇ ਗੰਗੋ ਤੇ ਮੇਰੇ ਸਤਿਗੁਰੂ ਨੇ ਹੁੰਡੀ ਭੇਜ ਦਿੱਤੀ, ਬਖਸ਼ਿਸ਼ਾਂ ਕੀਤੀਆਂ ਸਨ, ਹੁਣ ਪਰਖ ਦਾ ਸਮਾਂ ਆ ਗਿਆ। ਸੋ ਮੇਰੇ ਮਹਾਰਾਜ ਨੇ ਸੋ 50 ਰੁਪਈਆਂ ਦੀ ਇਸ ਨੂੰ ਸੋ ਇਹੋ ਜਿਹੜੀ ਹੈ ਸੋ ਪੱਤਰਕਾ ਭੇਜ ਦਿੱਤੀ ਹੈ। ਲੈ ਕਰ ਵਿਪਰ ਗਮਨ ਕੋ ਕੀਨ। ਉਹ ਬ੍ਰਾਹਮਣ ਜਿਹੜਾ ਹੈ ਸੋ ਲੈ ਕਰਕੇ ਚਲਾ ਗਿਆ ਦਿੱਲੀ ਵਿੱਚ। ਪਹੁੰਚੋ ਪੁਰ ਕਾਗਜ ਜਬ ਦਇਓ। ਤੇ ਪੁਰੀ ਵਿੱਚ ਪਹੁੰਚ ਕਰਕੇ ਗੰਗੋ ਸ਼ਾਹ ਦੇ ਕੋਲ ਜਾ ਕੇ ਗੁਰੂ ਦੇ ਹੁਕਮ ਦਾ ਕਾਗਜ਼ ਜਦੋਂ ਇਸ ਨੂੰ ਫੜਾਇਆ ਹੈ ਤਾਂ ਗੰਗੋ ਪਿਖ ਬਿਸਮੈ ਹੋਏ ਗਇਓ। ਗੰਗੋ ਹੈਰਾਨ ਹੋ ਗਿਆ ਹੈ, 50 ਰੁਪਏ ਦਾਨ ਕਰ ਦਿਆਂ ਮੈਂ, ਇਉਂ ਮਨ ਵਿੱਚ ਹੈਰਾਨ ਹੋਇਆ। ਤੂਸਨ ਭਇਓ ਨਾ ਧਨ ਕੋ ਦੀਨ। ਤੇ ਚੁੱਪ ਹੋ ਗਿਆ ਤੇ ਧਨ ਦਿੱਤਾ ਨਹੀਂ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਉਹ ਗੱਲ ਭੁੱਲ ਗਈ ਵੀ ਮੈਂ ਕਿੱਦਾਂ ਗੁਰੂ ਦੇ ਚਰਨਾਂ 'ਚ ਗਿਆ ਤੇ ਮੇਰੇ ਗੁਰੂ ਸਾਹਿਬ ਨੇ ਕਿੰਨਾ ਮਾਣ ਬਖਸ਼ਿਆ, ਸਭ ਕੁਛ ਦਾਤਾਂ ਬਖਸ਼ੀਆਂ। ਅੱਜ ਜਿਸ ਗੁਰੂ ਨੇ ਇਹਨੂੰ ਲੱਖਾਂਪਤੀ ਬਣਾਇਆ, ਉਸ ਗੁਰੂ ਦੇ ਹੁਕਮ ਨਾਲ 50 ਰੁਪਏ ਦੇਣ ਨੂੰ ਤਿਆਰ ਨਹੀਂ ਹੋਇਆ, ਚੁੱਪ ਕਰ ਗਿਆ। ਹਟਿਓ ਵਿਪਰ ਉਰ ਸੰਕਟ ਪੀਨ। ਬੜਾ ਭਾਰੀ ਦੁਖੀ ਹੋਇਆ ਵਿਚਾਰਾ। ਦੇਖੋ, ਜਿਸ ਬ੍ਰਾਹਮਣ ਦੇ ਕੋਲ ਆਪਣੀ ਬੱਚੀ ਦੀ ਸ਼ਾਦੀ ਵਾਸਤੇ ਕੋਈ ਦਮੜਾ ਨਹੀਂ ਤੇ ਸਤਿਗੁਰਾਂ ਦੇ ਕੋਲ ਗੋਇੰਦਵਾਲ ਸਾਹਿਬ ਪਹੁੰਚਾ ਆਸ ਲੈ ਕੇ, ਤੇ ਗੁਰੂ ਪਾਤਸ਼ਾਹ ਨੇ ਭੇਜਿਆ ਦਿੱਲੀ। ਹੁਣ ਦੇਖੋ ਕਿੱਦਾਂ ਵਿਚਾਰਾ ਦਿੱਲੀ ਪਹੁੰਚਾ ਹੋਊਗਾ, ਤੇ ਉੱਥੋਂ ਵੀ ਨਾ ਹੋ ਗਈ, ਤੇ ਹੁਣ ਉਹ ਉੱਥੋਂ ਦੁਖੀ ਹੋ ਕਰਕੇ ਮੁੜਿਆ ਹੈ। ਸ੍ਰੀ ਗੁਰ ਅਮਰਦਾਸ ਕੇ ਪਾਸ। ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਵਾਪਸ ਪਹੁੰਚਾ ਹੈ। ਆਇਓ ਛੂਛਾ ਭਇਓ ਨਿਰਾਸ। ਨਿਰਾਸ਼ ਖਾਲੀ ਹੀ ਜਦੋਂ ਮੁੜ ਕੇ ਆਇਆ, ਮਹਾਰਾਜ ਨੂੰ ਬੇਨਤੀ ਕੀਤੀ ਆਣ ਕੇ, ਅੰਤਰਜਾਮੀ ਸਭ ਕੁਛ ਜਾਣੈ। ਮੇਰੇ ਸਤਿਗੁਰੂ ਅੰਤਰਜਾਮੀ ਤੇ ਸਾਰਾ ਕੁਝ ਜਾਣਦੇ ਸਨ। ਗੰਗੋ ਪਾਏ ਦਰਬ ਅਭਿਮਾਨਾ। ਮਹਾਰਾਜ ਨੇ ਜਾਣ ਲਿਆ ਭਈ ਧਨ ਹੋ ਗਿਆ ਇਸ ਬਾਣੀਏ ਦੇ ਕੋਲ, ਤੇ ਹੰਕਾਰੀ ਹੋ ਗਿਆ ਹੈ, ਭੁੱਲ ਗਿਆ ਹੈ ਗੁਰੂ ਘਰ ਨੂੰ। ਕਰਿਓ ਵਿਚਾਰਨ ਦਰਬ ਸੁਭਾਏ। ਇਸ ਨੇ ਇਸ ਪ੍ਰਕਾਰ ਸੋ ਕਹਿੰਦੇ ਨੇ ਵਿਚਾਰ ਨਹੀਂ ਕੀਤਾ, ਧਨ ਦਾ ਸੁਭਾਅ ਹੀ ਐਸਾ ਹੈ। ਜਿਸ ਢਿਗ ਆਵੇ ਸੁਧ ਤਿਸ ਜਾਏ। ਕਹਿੰਦੇ ਜਿਹਨੂੰ ਧਨ ਮਿਲ ਜਾਂਦਾ ਨਾ, ਕਹਿੰਦੇ ਉਸ ਨੂੰ ਫਿਰ ਹੋਸ਼ ਭੁੱਲ ਜਾਂਦੀ, ਉਹਦੀ ਹੰਕਾਰ ਵਿੱਚ ਆ ਜਾਂਦਾ ਹੈ। ਗੁਰ ਪਰਮੇਸ਼ਰ ਬੀਸਰ ਜਾਹੈ। ਤੋ ਆਮ ਹੀ ਜਿਨ੍ਹਾਂ ਨੂੰ ਪਰਮੇਸ਼ਰ ਧਨ ਦੇਵੇ, ਕੋਈ ਭਾਗਾਂ ਵਾਲਾ ਹੀ ਹੈ, ਗੁਰੂ ਤੇ ਪਰਮੇਸ਼ਰ ਜਿਹਨੂੰ ਚੇਤੇ ਰਵੇ। ਨਹੀਂ ਤਾਂ ਧਨ ਪ੍ਰਾਪਤ ਕਰਕੇ ਸੋ ਕਹਿੰਦੇ ਨੇ ਭਾਈ ਗੁਰੂ ਨੂੰ ਪਰਮੇਸ਼ਰ ਨੂੰ ਬੰਦਾ ਭੁੱਲ ਜਾਂਦਾ ਹੈ। ਲਾਲਚ ਲੱਗੇ ਕਸ਼ਟ ਕੋ ਪਾਹੈ। ਤੇ ਲਾਲਚ ਵਿੱਚ ਲੱਗ ਜਾਂਦੇ ਧਨ ਦੇ, ਤੇ ਮੁੜ ਕੇ ਫਿਰ ਦੁਖੀ ਹੁੰਦੇ ਆ, ਕਸ਼ਟ ਪਾਉਂਦੇ ਹਨ। ਕਰਹਿ ਬਾਵਰਾ ਸੁਰਤ ਵਿਸਾਰੈ। ਇਹ ਧਨ ਜਿਹੜਾ ਨਾ, ਮਾਇਆ ਜਿਹੜੀ ਆ ਬੰਦੇ ਨੂੰ ਕਮਲਾ ਕਰਦੀ, ਉਹਦੀ ਸੁਰਤ ਭੁਲਾ ਦਿੰਦੀ ਹੈ ਧਰਮ ਦੀ। ਜੋਗ ਅਜੋਗ ਨਾ ਬਹੁਰ ਵਿਚਾਰੈ। ਫਿਰ ਕਹਿੰਦੇ ਨੇ ਹੰਕਾਰੀ ਬੰਦਾ ਜਿਹੜਾ ਹੈ, ਮਾਇਆ ਧਾਰੀ ਹੈ, ਉਹ ਫਿਰ ਜੋਗ ਕੀ ਹੈ ਅਜੋਗ ਕੀ ਹੈ, ਚੰਗਾ ਤੇ ਮਾੜੇ ਦੀ ਪਛਾਣ ਨਹੀਂ ਰੱਖਦਾ। ਫਿਰ ਇਮ ਲਖ ਦਿਜ ਕੋ ਦਰਬ ਦਿਵਾਇਓ। ਮੇਰੇ ਹਜੂਰ ਜੀ ਜਾਣ ਗਏ ਹਨ, ਉਸ ਪੰਡਤ ਨੂੰ ਗੁਰੂ ਦੇ ਖਜ਼ਾਨੇ ਵਿੱਚੋਂ ਧਨ ਦਵਾ ਦਿੱਤਾ ਹੈ। ਕੰਨਿਆ ਵਿਆਹੋ ਕਰਿਓ ਹਰਖਾਇਓ। ਸੋ ਇਸ ਪ੍ਰੋਹਤ ਨੇ ਜਾ ਕਰਕੇ ਆਪਣੀ ਕੰਨਿਆ ਦਾ, ਬੱਚੀ ਦਾ ਜਾ ਕੇ ਵਿਆਹ ਕਰ ਦਿੱਤਾ। ਤਿਸ ਦਿਨ ਤੇ ਗੰਗੋ ਕੋ ਦਰਬ। ਹੁਣ ਜਦੋਂ ਜਿਸ ਗੁਰੂ ਦੀ ਬਰਕਤ ਨਾਲ ਸਭ ਕੁਝ ਸੀ, ਜਦ ਉਸ ਗੁਰੂ ਪਾਤਸ਼ਾਹ ਦਾ ਨਾਰਾਜ਼ਗੀ ਲੈ ਲਈ, ਤੇ ਹੁਣ ਧਨ ਕਿੱਥੇ ਰਹਿਣਾ ਸੀ, ਹੁਣ ਘਟਣਾ ਸ਼ੁਰੂ ਹੋ ਗਿਆ। ਜਾਤ ਜਾਤ ਬਿਨਸਿਓ ਪੁਨ ਸਰਬ। ਜਾਂਦਾ ਜਾਂਦਾ ਕਹਿੰਦੇ ਧਨ ਸਾਰਾ ਹੀ ਚਲਾ ਗਿਆ, ਖਾਲੀ ਹੋ ਗਿਆ ਪਹਿਲੇ ਦੀ ਤਰ੍ਹਾਂ। ਥੋਰਨ ਦਿਨ ਮੈਂ ਰੰਕ ਭਇਓ ਹੈ। ਥੋੜੇ ਦਿਨਾਂ ਵਿੱਚ ਫਿਰ ਕੰਗਾਲ ਦਾ ਕੰਗਾਲ ਹੋ ਗਿਆ। ਗੁਰੂ ਪਾਤਸ਼ਾਹ ਦਾ ਭਾਣਾ ਵਰਤਿਆ ਹੈ। ਤਬ ਨਿਜ ਔਗਣ ਜਾਣ ਲਿਓ ਹੈ। ਤੇ ਇਸ ਨੇ ਜਾਣ ਲਿਆ ਵੀ ਮੇਰੇ ਕੋਲੋਂ ਗੁਨਾਹ ਹੋ ਗਿਆ, ਜੋ ਮੈਂ ਸਤਿਗੁਰੂ ਪਾਤਸ਼ਾਹ ਦਾ ਹੁਕਮ ਨਹੀਂ ਮੰਨਿਆ। ਸਤਿਗੁਰ ਤੇ ਬੇਮੁਖ ਮੈਂ ਭਇਓ। ਤੇ ਮਨ 'ਚ ਇਸ ਦੇ ਪ੍ਰਤੀਤ ਹੋ ਗਈ ਮੈਂ ਗੁਰੂ ਤੋਂ ਬੇਮੁਖ ਹੋ ਗਿਆ। ਤੇ ਇਸ ਵਾਸਤੇ ਜਾਂ ਤੇ ਦਰਬ ਸਰਬ ਹਾਰ ਗਇਓ। ਜਿਸ ਕਰਕੇ ਮੇਰਾ ਸਾਰਾ ਧਨ ਜਿਹੜਾ ਨਾ, ਇਹ ਮੇਰੇ ਕੋਲੋਂ ਚਲਾ ਗਿਆ ਹੈ, ਖੁੱਸ ਗਿਆ ਹੈ। ਇਹ ਇਸ ਨੂੰ ਭਰੋਸਾ ਹੋ ਗਿਆ ਹੈ ਇਸ ਗੱਲ ਦਾ। ਤਿੰਨ ਬਿਨ ਕੌਣ ਸਹਾਇਕ ਮੇਰਾ। ਤੇ ਹੁਣ ਸੋਚਦਾ ਹੈ ਵੀ ਅੱਗੇ ਕੋਈ ਮੇਰਾ ਬਣਿਆ ਨਹੀਂ ਸਹਾਇਕ, ਸਹਾਇਤਾ ਕਰਨ ਵਾਲਾ, ਤੇ ਹੁਣ ਮੇਰੀ ਦਸ਼ਾ ਉਹੋ ਹੀ ਬਣ ਗਈ, ਭੁੱਲ ਹੋ ਗਈ ਹੈ। ਤੇ ਗੁਰੂ ਤੋਂ ਬਿਨਾਂ ਤੇ ਹੁਣ ਕਿਸੇ ਨੇ ਮੈਨੂੰ ਆਸਰਾ ਦੇਣਾ ਨਹੀਂ, ਨਾ ਅੱਗੇ ਦਿੱਤਾ ਕਿਸੇ ਨੇ। ਇਸ ਵਾਸਤੇ ਮਨ 'ਚ ਸੋਚਿਆ ਹੈ, ਉਚਿਤ ਮੋਹਿ ਬਨਬੋ ਅਬ ਚੇਰਾ। ਤੇ ਕਹਿੰਦੇ ਹੁਣ ਸਭ ਕੁਝ ਛੱਡ ਕੇ ਗੁਰੂ ਦਾ ਸਿੱਖ ਹੀ ਬਣ ਜਾਈਏ।
ਮਹਾਰਾਜ ਦੇ ਚਰਨਾਂ ਵਿੱਚ ਚਲੇ ਜਾਵਾਂ ਮੈਂ। ਸਭ ਬਿਦ ਸੇਵਾ ਕਰੋ ਗੁਸਾਈ, ਤੇ ਸਵਾਮੀ ਸਤਿਗੁਰਾਂ ਦੀ ਹਰ ਤਰੀਕੇ ਦੀ ਜਾ ਕੇ ਹੁਣ ਸੇਵਾ ਕਰੂੰਗਾ। ਫੇਰੋਂ ਵੱਡਣੀ ਤਿੰਨ ਦਰ ਜਾਈ, ਹੁਣ ਗੁਰੂ ਦੇ ਚਰਨਾਂ ਵਿੱਚ ਪਹੁੰਚ ਕਰਕੇ ਉੱਥੇ ਝਾੜੂ ਫੇਰੂੰਗਾ। ਸਿਰ ਧਰ ਜਲ ਢੋਵੋ ਚਿਰਕਾਲ, ਤੇ ਮਹਾਰਾਜ ਦੇ ਚਰਨਾਂ ਵਿੱਚ ਸੋ ਸਿਰ ਤੇ ਜਲ ਢੋ ਢੋ ਕੇ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰਾਂਗਾ। ਕਰੋ ਸੇਵ ਇਤਿਆਦਿਕ ਵਿਸਾਲ, ਤੇ ਮਹਾਨ ਜਿਹੜੀ ਸੇਵਾ ਇਸ ਤਰੀਕੇ ਨਾਲ ਜਦੋਂ ਮੈਂ ਕਰਾਂਗਾ ਤਾਂ ਦਿੱਲੀਪੁਰ ਤੇ ਨਿਕਸਿਓ ਚੋਰੀ, ਇਹੋ ਮਨ 'ਚ ਵਿਚਾਰ ਕੀਤਾ ਤੇ ਕੋਈ ਰਾਹ ਨਾ ਲੱਭਾ ਤੇ ਚੋਰੀ ਦਿੱਲੀੋਂ ਭੱਜਾ ਹੁਣ। ਤੋ ਇਹੋ ਜੀ ਦਸ਼ਾ ਬਣ ਗਈ ਹੈ। ਸੋ ਜਦੋਂ ਗੁਰੂ ਤੋਂ ਭੁੱਲ ਜਾਂਦਾ ਪ੍ਰਾਣੀ, ਇਹ ਹਾਲਤ ਹੁੰਦੀ, ਚੋਰੀ ਭੱਜਾ ਹੈ ਲੋਕਾਂ ਤੋਂ ਉੱਥੇ। ਤੂਰਨ ਪੰਥ ਆਏ ਗੁਰ ਓਰੀ, ਤੇ ਝੱਟ ਛੇਤੀ ਹੀ ਰਸਤਾ ਤੈਅ ਕਰਕੇ ਗੋਇੰਦਵਾਲ ਸਾਹਿਬ ਗੁਰੂ ਚਰਨਾਂ 'ਚ ਪਹੁੰਚ ਗਿਆ। ਇਹਾਂ ਬਾਪ ਕਾ ਹੋਵਤ ਤਿਆਰੀ, ਇੱਥੇ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ। ਮਿਲ ਸਭ ਹਿਨ ਮੈਂ ਲਾਗਿਓ ਕਾਰੀ, ਤੇ ਸਾਰੀ ਸੰਗਤ ਵਿੱਚ ਮਿਲ ਕਰਕੇ ਹੁਣ ਸੇਵਾ ਹੀ ਕਰਨ ਲੱਗ ਪਿਆ ਹੈ। ਹੁਣ ਸਿੱਧਾ ਨਹੀਂ ਗੁਰੂ ਕੋਲ ਪਹੁੰਚਾ ਹੈ, ਕਿਉਂਕਿ ਸਨਮੁਖ ਰਿਹਾ ਨਹੀਂ ਨਾ। ਇਹਨੂੰ ਕਹਿੰਦਾ ਸਨਮੁਖ ਤੇ ਬੇਮੁਖ। ਸੋ ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਆ। ਜਦੋਂ ਮਨ ਦੀ ਮਰਜ਼ੀ ਤੇ ਆ ਗਿਆ ਤੇ ਬੇਮੁਖ ਹੋ ਗਿਆ, ਹੁਣ ਸੇਵਾ ਕਰਨ ਲੱਗ ਪਿਆ ਹੈ। ਅੰਤਰਜਾਮੀ ਸਭ ਕਿਛ ਜਾਣਾ, ਤੇ ਮੇਰੇ ਸਤਿਗੁਰੂ ਅੰਤਰਜਾਮੀ ਜੀ ਨੇ ਸਾਰਾ ਕੁਝ ਜਾਣ ਲਿਆ। ਇਹ ਬੌਲੀ ਸਾਹਿਬ ਜਿਹੜਾ ਨਾ, ਇਸ ਪ੍ਰਕਾਰ ਮੇਰੇ ਸਤਿਗੁਰਾਂ ਨੇ ਸੋ ਇਸ ਪ੍ਰਕਾਰ ਸੋ ਵਿਚਾਰ ਬਣਾਇਆ ਬੌਲੀ ਸਾਹਿਬ ਦਾ ਕਿ ਜਿਵੇਂ ਸੰਗਤਾਂ ਬਹੁਤ ਜੁੜਦੀਆਂ ਨੇ ਤੇ ਪਾਣੀ ਦੀ ਘਾਟ ਪੈਂਦੀ ਸੀ ਤੇ ਬਿਆਸਾ ਦਾ ਪਾਣੀ ਗੰਧਲਾ ਹੋਣ ਕਰਕੇ ਸੰਗਤਾਂ ਦੇ ਪੀਣ ਯੋਗ ਨਹੀਂ ਸੀ। ਇਸ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਿਚਾਰ ਬਣਾਇਆ, ਇੱਕ ਤਾਂ ਗੁਰੂ ਦੇ ਲੰਗਰ ਵਿੱਚ ਅਟੁੱਟ ਜਲ ਮਿਲਦਾ ਰਵੇ। ਇਸ ਲਈ ਹਜੂਰ ਜੀ ਨੇ ਸੋ ਬੌਲੀ ਸਾਹਿਬ ਵੱਡਾ ਜਿਹੜਾ ਖੂਹ ਲਾਉਣ ਦਾ ਵਿਚਾਰ ਕੀਤਾ ਵੀ ਉਹਦੇ ਵਿੱਚ 1-2 ਹਲਟ ਵੀ ਚੱਲਦੇ ਰਹਿਣ, ਜਿਹਦੇ ਨਾਲ ਲੰਗਰ ਦਾ ਪਾਣੀ, ਸੰਗਤਾਂ ਦਾ ਇਸ਼ਨਾਨ ਪਾਨ, ਪੀਣ ਦਾ ਪਾਣੀ ਜਿਹੜਾ ਨਾ ਉਹ ਅਟੁੱਟ ਰਵੇ। ਤੇ ਦੂਸਰੇ ਪਾਸੇ ਕਿ ਜਿਹਨਾਂ ਨੇ ਭਜਨ ਸਿਮਰਨ ਕਰਨਾ, ਗੁਰੂ ਨੇ ਨਾਮ ਸਿਮਰਨ ਕਰਾਉਣਾ, ਇਸ ਵਾਸਤੇ ਕਿ ਵੱਡਾ ਇਸ ਪ੍ਰਕਾਰ ਬੌਲੀ ਸਾਹਿਬ ਹੋਵੇ ਤੇ ਪੌੜੀਆਂ ਖੁੱਲੀਆਂ ਬਣ, ਤੇ ਗਰਮੀ ਦੇ ਦਿਨਾਂ ਦੇ ਵਿੱਚ ਉੱਥੇ ਪੌੜੀਆਂ ਖੁੱਲੀਆਂ ਹੋਣ ਜਿਨ੍ਹਾਂ ਤੇ ਬਹਿ ਕਰਕੇ ਭਜਨ ਸਿਮਰਨ ਕੀਤਾ ਜਾ ਸਕੇ ਤੇ ਗਰਮੀ ਤੋਂ ਬਚਿਆ ਜਾ ਸਕੇ, ਸੁਹਾਵਣਾ ਮੌਸਮ ਬਣ ਸਕੇ। ਇਸ ਵਾਸਤੇ ਕਹਿੰਦੇ ਇਹਨਾਂ ਵਿਚਾਰਾਂ ਦਾ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਇਹ ਬੌਲੀ ਸਾਹਿਬ ਦਾ ਜਿਹੜਾ ਤੀਰਥ ਪਵਿੱਤਰ ਹੈ ਇਹ ਸ਼ੁਰੂ ਕੀਤਾ ਹੋਇਆ ਹੈ। ਢਿਗ ਹਕਾਰ ਨਹਿ ਕਛੂ ਬਖਾਨਾ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਕੋਲ ਬੁਲਾ ਕਰਕੇ ਕੋਈ ਬਚਨ ਨਹੀਂ ਕੀਤਾ ਇਸ ਦੇ ਤਾਈ। ਇਹ ਪ੍ਰੇਮ ਨਾਲ ਸੇਵਾ ਕਰਦਾ ਅੰਤਰਜਾਮੀ ਸਤਿਗੁਰੂ ਜੀ, ਕੋਈ ਬਚਨ ਨਹੀਂ ਕੀਤਾ ਇਹਦੇ ਨਾਲ। ਬਹੁਤ ਮੋਲ ਕੇ ਵਸਤਰਨ ਮਾਹੇ, ਹੁਣ ਭਾਈ ਸ਼ਾਹੂਕਾਰ ਸੇਠ ਸੀ, ਬੜੇ ਕੀਮਤੀ ਵਸਤਰ ਸਨ ਇਹਦੇ ਕੋਲ। ਬਾਂਧੇ ਈਟ ਪੀਠ ਧਰ ਜਾਹੇ, ਤੇ ਸੋਹਣੀਆਂ ਕੀਮਤੀ ਦੁਸ਼ਾਲਿਆਂ ਵਿੱਚ ਇੱਟਾਂ ਬੰਨ੍ਹਦਾ ਹੈ ਤੇ ਆਪਣੇ ਪਿੱਠ ਤੇ ਰੱਖ ਕਰਕੇ ਢੋਂਦਾ ਹੈ ਬੌਲੀ ਸਾਹਿਬ ਦੀ ਸੇਵਾ ਵਿੱਚ। ਲੋਕ ਲਾਜ ਕੁਲ ਰੀਤ ਮਹਾਨਾ, ਹੁਣ ਜਿਹੜੀ ਵੱਡੀ ਕਹਿੰਦਾ ਲੋਕ ਲਾਜ ਮੈਂ ਸ਼ਾਹੂਕਾਰ ਹੈ ਮੇਰੇ ਕੋਲ, ਉਹ ਸਭ ਕੁਝ ਛੱਡ ਦਿੱਤਾ, ਬਸ ਸਿੱਖ ਬਣ ਗਿਆ ਸੇਵਕ ਗੁਰੂ ਦਾ। ਖਾਨ ਪਾਨ ਆਦਿਕ ਤਜ ਗਿਆਨਾ, ਤੋ ਖਾਣ ਪੀਣ ਦਾ ਭਾਈ ਕਿੱਦਾਂ ਖਾਣਾ, ਕਦੋਂ ਖਾਣਾ, ਇਹਦਾ ਵੀ ਗਿਆਨ ਛੱਡ ਬੈਠਾ ਹੈ ਵੀ ਜਦੋਂ ਸੰਗਤ ਵਿੱਚ ਪੰਗਤ ਲੱਗਦੀ ਬਹਿ ਕੇ ਛਕ ਲੈਂਦਾ ਹੈ। ਬਾਪੀ ਕਾਰ ਬਿਖੇ ਰਹਿ ਲਾਗਾ, ਤੋ ਗੁਰੂ ਚਰਨਾਂ ਵਿੱਚ ਰਹਿ ਕੇ ਬੌਲੀ ਸਾਹਿਬ ਦੀ ਸੇਵਾ ਵਿੱਚ ਸੇਵਕਾਂ ਨਾਲ ਮਿਲ ਕੇ ਸੇਵਾ ਕਰਦਾ ਹੈ। ਸਭ ਸੁਧ ਭੂਲ ਪ੍ਰੇਮ ਰਸ ਪਾਗਾ, ਸਭ ਹੁਣ ਅੱਗਾ ਪਿੱਛਾ ਭੁੱਲ ਗਿਆ ਤੇ ਗੁਰੂ ਦੇ ਪ੍ਰੇਮ ਵਿੱਚ ਮਨ ਜੁੜ ਗਿਆ ਇਸ ਦਾ। ਕਿਹ ਸੋ ਕਹੇ ਨਾ ਸੁਨ ਹੈ ਬਾਤ, ਹੁਣ ਕਿਸੇ ਨੂੰ ਕਹਿੰਦਾ ਨਹੀਂ ਸੁਣਦਾ, ਸਭੇ ਹੱਬੇ ਸਾਕ ਕੁੜਾਵੇ ਡਿੱਠੇ, ਕਹਿੰਦੇ ਹੁਣ ਪਤਾ ਲੱਗ ਗਿਆ। ਜਿਹਨਾਂ ਵਾਸਤੇ ਕਹਿੰਦੇ ਸਾਰੀ ਜ਼ਿੰਦਗੀ ਧੱਕੇ ਖਾਧੇ, ਕੋਈ ਮੇਰਾ ਨਹੀਂ ਬਣਦਾ, ਸਭ ਪਾਸੇ ਛੱਡ ਕਰਕੇ ਗੁਰੂ ਦਾ ਹੀ ਹੋ ਗਿਆ ਹੁਣ। ਸੇਵਾ ਤੇ ਤਤਪਰ ਦਿਨ ਰਾਤ, ਤੋ ਮਹਾਰਾਜ ਦੀ ਸੇਵਾ ਵਿੱਚ ਹੁਣ ਦਿਨੇ ਰਾਤ ਜਿੰਨਾ ਸਰੀਰ 'ਚ ਬਲ ਹੈ ਸੇਵਾ ਵਿੱਚ ਲੱਗਾ ਰਹਿੰਦਾ ਹੈ। ਗੁਰ ਸੇਵਾ ਕੋ ਤਪ ਅਸ ਕੀਨਾ, ਇਸ ਨੇ ਗੁਰ ਸੇਵਾ ਤਪਾਂ ਸਿਰ ਤਪਸਾਰ, ਸਭ ਤੋਂ ਵੱਡੀ ਤਪੱਸਿਆ ਗੁਰੂ ਦੀ ਸੇਵਾ ਕਰਨੀ। ਤੋ ਪ੍ਰੇਮ ਦੇ ਸਹਿਤ ਇਹ ਸੇਵਾ ਦਾ ਤਪ ਕਰਦਾ ਹੈ। ਜਗ ਵਿਵਹਾਰ ਛੋਰ ਸਭ ਦੀਨਾ, ਸੰਸਾਰ ਦੇ ਧੰਦੇ ਫਿਰ ਛੱਡ ਦਿੱਤੇ, ਕਹਿੰਦੇ ਹੁਣ ਇੱਕੋ ਹੀ ਕੰਮ ਕਰ ਲਓ, ਗੁਰੂ ਦੀ ਸੇਵਾ ਕਰੋ ਤੇ ਗੁਰੂ ਪਾਤਸ਼ਾਹ ਦੀ ਖੁਸ਼ੀ ਲਓ। ਹੋਤ ਭਇਓ ਉਤਸ਼ਾਹ ਵਿਸਾਲਾ, ਬੜਾ ਭਾਰੀ ਮਨ ਵਿੱਚ ਸੇਵਾ ਕਰਦਾ, ਭਰੋਸਾ ਗੁਰੂ ਤੇ ਆ ਗਿਆ ਤੇ ਮਨ 'ਚ ਉਤਸ਼ਾਹ ਬਣ ਗਿਆ ਹੈ। ਅੰਤਰ ਬ੍ਰਿਤ ਟਿਕ ਗਈ ਤਿਸ ਕਾਲਾ, ਤੇ ਸੇਵਾ ਕਰਕੇ ਗੁਰੂ ਦੀ ਬਖਸ਼ਿਸ਼ ਹੋਈ ਹੈ, ਇਹਦੀ ਅੰਤਰ ਬਿਰਤੀ ਟਿਕ ਗਈ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤ ਟਿਕ ਜਾਣੀ,
ਸੋ ਆਮ ਤੇ ਹੈ ਨਾ ਜੀ, ਸਾਡੀ ਸੁਰਤ ਨਹੀਂ ਟਿਕਦੀ ਜੀ, ਮਨ ਟਿਕਦਾ ਨਹੀਂ ਹੈ। ਤੋ ਗੁਰੂ ਦੀ ਸੇਵਾ ਵਿੱਚ ਗੁਰੂ ਦੀ ਬਖਸ਼ਿਸ਼ ਹੈ, ਸੇਵਾ ਕਰਕੇ ਦਾ ਮਨ ਟਿਕ ਗਿਆ ਹੈ। ਪ੍ਰੇਮ ਪ੍ਰਵਾਹ ਬਹਿਓ ਉਰ ਮਾਹੀ, ਤੇ ਗੁਰੂ ਦੇ ਪ੍ਰੇਮ ਦੇ ਪ੍ਰਵਾਹ ਵਿੱਚ ਰੁੜ ਗਿਆ ਮਨ। ਭਾਵ ਹਰ ਵੇਲੇ ਗੁਰੂ ਦਾ ਪ੍ਰੇਮ ਚੇਤੇ ਹੈ, ਬਾਕੀ ਸਭ ਦੁਨੀਆ ਭੁੱਲ ਗਈ। ਚਿੰਤ ਕਸ਼ਟ ਤ੍ਰਿਣ ਠਹਿਰਿਓ ਨਾਹੀ, ਚਿੰਤਾ ਰੂਪ ਕੱਖ ਜਿਹੜੇ ਨੇ ਪ੍ਰੇਮ ਦੇ ਪ੍ਰਵਾਹ ਵਿੱਚ ਰੁੜ ਗਏ। ਭਾਵ ਚਿੰਤਾ ਕੋਈ ਰਹੀ ਨਹੀਂ ਮਨ ਵਿੱਚ। ਜਿਉ ਜਿਉ ਸੁਖ ਪ੍ਰਾਪਤ ਭਾ ਉਰ ਕੋ, ਹੁਣ ਜਿਵੇਂ ਜਿਵੇਂ ਸੇਵਾ ਕੀਤੀ, ਸੇਵਾ ਕਰਕੇ ਮਨ 'ਚ ਗੁਰੂ ਦਾ ਪ੍ਰੇਮ ਜਾਗਿਆ ਹੈ। ਪ੍ਰੇਮ ਸਹਿਤ ਗੁਰੂ ਦਾ ਬਖਸ਼ ਨਾਮ ਦਾ ਸਿਮਰਨ ਵਿੱਚ ਮਨ ਜੁੜਿਆ ਹੈ। ਤੇ ਇਹਦੇ ਨਾਲ ਜਿਵੇਂ ਜਿਵੇਂ ਮਨ ਦੀ ਸੁਖਮਈ ਅਵਸਥਾ ਬਣੀ, ਗੁਰੂ ਨੇ ਕਿਰਪਾ ਕਰਕੇ ਇਸ ਨੂੰ, ਸੋ ਇਸ ਦੀ ਆਤਮਾ ਨੂੰ ਸੁਖ ਬਖਸ਼ ਦਿੱਤਾ ਹੈ। ਤਿਉ ਤਿਉ ਸੇ ਪ੍ਰੇਮ ਭਾ ਗੁਰ ਕੋ, ਤੇ ਓਵੇਂ ਓਵੇਂ ਜਿਵੇਂ ਜਿਵੇਂ ਗੁਰੂ ਤੋਂ ਦਾਤ ਮਿਲਦੀ ਹੈ, ਤਿਵੇਂ ਤਿਵੇਂ ਗੁਰੂ ਨਾਲ ਭਰੋਸਾ ਬਣਦਾ ਤੇ ਪ੍ਰੇਮ ਵੱਧਦਾ ਹੈ। ਇਉਂ ਇਸ ਦੀ ਚਿੱਤ ਮਿਰਤੀ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਵਧਿਆ ਹੈ, ਅਵਸਥਾ ਬਣਦੀ ਜਾਂਦੀ ਹੈ। ਮਨ ਮਹਿ ਮੂਰਤ ਅਚਲ ਟਿਕਾਈ, ਤੇ ਇਸ ਨੇ ਅਚਲ ਮੂਰਤ ਅਨੁਭਵ ਪ੍ਰਕਾਸ਼ ਜੋ ਹੈ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼, ਇਹਨੇ ਐਸਾ ਧਿਆਨ ਟਿਕਾਇਆ। ਜਿਹੜਾ ਹੁਣ ਆ ਮਾਈ ਦਾਸ ਦਾ ਤੇ ਮਾਨਕ ਚੰਦ ਦਾ ਪ੍ਰਸੰਗ ਆਇਆ, ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਾਨਕ ਚੰਦ ਜੀ ਨੂੰ ਸੋ ਬ੍ਰਹਮ ਗਿਆਨ ਬਖਸ਼ਿਸ਼ ਕੀਤੀ ਹੈ, ਰਿੱਧੀਆਂ ਸਿੱਧੀਆਂ ਸ਼ਕਤੀਆਂ ਵੀ ਬਖਸ਼ ਦਿੱਤੀਆਂ ਨੇ, ਤੇ ਮਾਈ ਦਾਸ ਨੂੰ ਵੀ ਬਖਸ਼ੀਆਂ ਨੇ। ਪਰ ਇਸ ਨੂੰ ਜਿਹੜਾ ਕਿਹਾ ਕਿ ਤੈਨੂੰ ਇਸ ਗੁਰਮੁਖ ਦੇ ਲੜ ਲਾਉਂਦੇ, ਤੂੰ ਇਹਦੇ ਨਾਲ ਰਹੋ। ਇਹਦੇ ਵਿੱਚ ਸਾਡੇ ਵਿਚਾਰਵਾਨ ਤਤਵਿਅਤ ਦੱਸਦੇ ਨੇ ਕਿ ਉਂਝ ਤਾਂ ਸਤਿਗੁਰੂ ਦੀਆਂ ਸਤਿਗੁਰੂ ਜਾਣੇ, ਕਿਉਂਕਿ ਮਹਾਰਾਜ ਤੇ ਸਭ ਜਨਮਾਂ ਦਾ ਪਤਾ ਨਾ, ਪਰ ਜਿੰਨੀ ਕਿ ਆਪਾਂ ਸਮਝ ਕਰ ਸਕੀਏ, ਕਿਉਂਕਿ ਜਿਹੜਾ ਮਾਈ ਦਾਸ ਸੀ ਨਾ, ਕਿਉਂਕਿ ਭਗਵਾਨ ਕ੍ਰਿਸ਼ਨ ਦਾ ਉਪਾਸ਼ਕ ਸੀ ਤੇ ਕ੍ਰਿਸ਼ਨ ਦੀ ਮੂਰਤੀ ਦਾ ਧਿਆਨ ਕਰਦਾ ਸੀ, ਕਿਉਂਕਿ ਪਹਿਲਾਂ ਸਾਰੇ ਮੂਰਤੀ ਦੀ ਪੂਜਾ ਹੀ ਕਰਦੇ ਨੇ ਇਹ, ਸੋ ਵੈਦਿਕ ਮਤ ਵਾਲੇ। ਤੇ ਇਸ ਪ੍ਰਕਾਰ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਇਸ ਦੇ ਤਾਈਂ ਸਰਬ ਵਿਆਪਕ ਨਿਰਗੁਣ ਬ੍ਰਹਮ ਦੇ ਵਿੱਚ ਜੋੜਨਾ ਸੀ। ਇਸ ਵਾਸਤੇ ਗੁਰਮੁਖ ਦੀ ਸੰਗਤ ਜ਼ਰੂਰੀ ਸੀ। ਤੇ ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਇਸ ਨੂੰ ਭਾਈ ਮਾਨਕ ਚੰਦ ਦੇ ਨਾਲ ਜੋੜ ਕਰਕੇ ਕਿਹਾ ਇਹਦੀ ਸੰਗਤ ਕਰ, ਤੇ ਉਸ ਦੀ ਸੰਗਤ ਕਰ ਕਰਕੇ ਤੇ ਸੇਵਾ ਕਰ ਕਰਕੇ ਸਿਮਰਨ ਕਰ ਕਰਕੇ ਜਦੋਂ ਇਸ ਦੀ ਵੀ ਅਵਸਥਾ ਬਣ ਗਈ, ਸੋ ਨਿਰਗੁਣ ਬ੍ਰਹਮ ਵਿੱਚ ਇਹਦੀ ਸੁਰਤ ਲਿਵਲੀਨ ਹੋਈ, ਤੇ ਫਿਰ ਗੁਰੂ ਬਖਸ਼ਿਸ਼ ਦੇ ਨਾਲ ਇਸ ਨੇ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਅਲੱਗ ਹੋ ਕਰਕੇ ਫਿਰ ਵੱਖਰੀ ਮੰਜੀ ਲੈ ਕਰਕੇ ਸ਼ੁਰੂ ਕੀਤਾ। ਤੋ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ। ਇਹ ਗੰਗੋ ਸ਼ਾਹ ਜਿਹੜਾ ਹੈ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਇਉਂ ਆਣ ਕੇ ਸੇਵਾ ਕਰਦਾ ਹੈ, ਤੇ ਜਿਵੇਂ ਜਿਵੇਂ ਸੇਵਾ ਨੂੰ ਭਾਗ ਲੱਗਦਾ ਹੈ, ਮਨ ਨਿਰਮਲ ਹੁੰਦਾ, ਆਨੰਦ ਬਣਿਆ ਹੈ, ਤੇ ਇਹ ਇਸ ਤਰੀਕੇ ਦੇ ਨਾਲ ਉੱਚ ਅਵਸਥਾ ਵਾਲਾ ਬਣ ਗਿਆ। ਕਬਹੂ ਬਾਹਰ ਪਿਖੇ ਗੁਰ ਤਾਈ, ਤੋ ਅੰਤਰਮੁਖ ਬਿਰਤੀ ਹੈ। ਜੇ ਬਾਹਰ ਤੱਕਦਾ ਤੇ ਗੁਰੂ ਦਾ ਦਰਸ਼ਨ ਕਰਦਾ ਹੈ, ਤੇ ਅੰਦਰ ਤੱਕਦਾ ਹੈ ਤੇ ਸਰਬ ਵਿਆਪਕ ਪਰਮੇਸ਼ਰ ਦੀ ਜੋਤ ਦਾ ਧਿਆਨ ਕਰਦਾ ਹੈ। ਨਿਸ ਦਿਨ ਧਿਆਨ ਟਿਕਾਇਓ ਕੈਸੇ, ਤੇ ਇਸ ਨੇ ਦਿਨੇ ਰਾਤ ਹੀ ਧਿਆਨ ਟਿਕਾ ਲਿਆ। ਗੱਲ ਤਾਂ ਇਹ ਟਿਕਾਉਣ ਦੀ ਹੈ। ਜਦੋਂ ਧਿਆਨ ਟਿਕ ਗਿਆ, ਸੁਰਤ ਟਿਕ ਗਈ, ਤੇ ਗੁਰੂ ਦੀ ਬਰਕਤ ਮਿਲ ਜਾਂਦੀ ਹੈ। ਜੋਗੀ ਕੀ ਸਮਾਧ ਹੋਏ ਜੈਸੇ, ਕਹਿੰਦੇ ਇਹਦਾ ਕਿੱਦਾਂ ਟਿਕਿਆ, ਤੇ ਪ੍ਰਮਾਣ ਦਿੰਦੇ ਨੇ ਕਵੀ ਸਾਹਿਬ ਜੀ, ਜਿਸ ਤਰ੍ਹਾਂ ਕੋਈ ਜੋਗੀ ਯੋਗ ਸਾਧਨਾ ਕਰਕੇ ਸਮਾਧੀ 'ਚ ਟਿਕ ਜਾਂਦਾ ਨਾ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਸੇਵਾ ਤੋਂ ਭਾਗ ਲੱਗਾ ਤੇ ਇਹਦੀ ਸੁਰਤ ਟਿਕ ਗਈ ਹੈ। ਅਤ ਸੈ ਖੈਚ ਪ੍ਰੇਮ ਜਬ ਕੀਨ, ਜਦੋਂ ਬੜੀ ਭਾਰੀ ਮਨ ਵਿੱਚ ਗੁਰੂ ਦੇ ਪ੍ਰੇਮ ਦੀ ਖਿੱਚ ਪਾਈ ਇਸ ਨੇ, ਰਹਿਓ ਗਇਓ ਨਹਿ ਗੁਰੂ ਪਰਬੀਨ, ਤੇ ਅੰਤਰਜਾਮੀ ਸਤਿਗੁਰੂ ਜੀ ਰਹਿ ਨਹੀਂ ਸਕੇ ਫਿਰ ਇਹਦੇ ਪ੍ਰੇਮ ਨੂੰ ਜਾਣ ਕੇ। ਸੋ ਇਸ ਦੇ ਮਨ ਦਾ ਪ੍ਰੇਮ ਜਾਣ ਕਰਕੇ ਦਾਸਨ ਕੇ ਬਸ ਬਿਰਦ ਸੰਭਾਰਾ, ਮੇਰੇ ਸਤਿਗੁਰੂ ਜੀ ਕਿਉਂਕਿ ਦਾਸਾਂ ਨੇ ਆਪ ਜੀ ਆਪਣੇ ਸੇਵਕਾਂ ਦੇ ਵਸ ਨੇ, ਤੂੰ ਭਗਤਾਂ ਕੇ ਵਸ ਭਗਤਾ ਤਾਣ ਤੇਰਾ। ਇਉਂ ਮੇਰੇ ਸਤਿਗੁਰੂ ਜੀ ਨੇ ਉਸ ਦਾ ਪ੍ਰੇਮ ਜਾਣ ਕਰਕੇ ਵਸੀ ਪ੍ਰੇਮ ਤੇ ਨਿਕਟ ਹਕਾਰਾ, ਇਸ ਨੂੰ ਪ੍ਰੇਮ ਦੇ ਵਸ ਹੋ ਕਰਕੇ ਕੋਲ ਬੁਲਾਇਆ ਹੈ। ਮੁਸਕਾਨੇ ਗੁਰ ਬਾਕ ਬਖਾਨਾ, ਤੇ ਮੁਸਕਰਾ ਕੇ ਮੇਰੇ ਸਤਿਗੁਰਾਂ ਨੇ ਬਚਨ ਕੀਤਾ ਹੈ। ਗੰਗੋ ਸ਼ਾਹ ਆਓ ਦੁਖ ਹਾਨਾ, ਆ ਭਾਈ ਗੰਗੋ ਸ਼ਾਹ ਤੇਰੇ ਦੁੱਖ ਦੂਰ ਕਰੀਏ, ਆ ਜਾ ਭਾਈ। ਮੇਰੇ ਗੁਰੂ ਖੁਸ਼ ਹੋ ਗਏ ਨੇ। ਪਾਦ ਪੰਕਜ ਪਰ ਸਿਰ ਨਿਜ ਧਰਿਓ, ਤੇ ਆਣ ਕਰਕੇ ਇਸ ਨੇ ਗੁਰੂ ਚਰਨਾਂ ਤੇ ਸੀਸ ਰੱਖ ਦਿੱਤਾ ਹੈ। ਬਹੁਰ ਜੋਰ ਕਰ ਆਗੇ ਖਰਿਓ, ਫਿਰ ਹੱਥ ਜੋੜ ਕਰਕੇ ਗੁਰੂ ਦੇ ਸਨਮੁਖ ਖੜਾ ਹੋਇਆ। ਮਾਇਆ ਮਗਨ ਬਿਮੁਖ ਮੈਂ ਭਇਓ, ਮਹਾਰਾਜ ਬੜੀ ਕਿਰਪਾ ਕੀਤੀ ਸੀ, ਮਹਾਨ ਬਖਸ਼ਿਸ਼ ਕਰਕੇ ਮੈਨੂੰ ਮਾਇਆ ਧਾਰੀ ਬਣਾਇਆ ਸੀ।
ਪਰ ਮਹਾਰਾਜ ਮੈਂ ਮਾਇਆ ਦੇ ਵਿੱਚ ਜੁੜ ਕਰਕੇ ਬੇਮੁਖ ਹੋ ਗਿਆ ਸੀ ਆਪ ਜੀ ਤੋਂ, ਆਪਣੋ ਜਾਨ ਬਖਸ਼ ਕਰ ਲਿਓ। ਤੇ ਮੈਨੂੰ ਆਪਣਾ ਜਾਣ ਕਰਕੇ ਤੁਸਾਂ ਨੇ ਬਖਸ਼ ਲਿਆ, ਹੁਣ ਕਿਰਪਾ ਕੀਤੀ ਹੈ। ਪਦ ਅਰਬਿੰਦ ਵਿਖੇ ਮੁਝ ਰੱਖੋ, ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਹੀ ਰੱਖੋ, ਹੁਣ ਮੈਂ ਜਾਣਾ ਨਹੀਂ ਕਿਤੇ ਵੀ। ਸੇਵਕ ਆਓ ਬਚਨ ਮੁਖ ਭਾਖੋ, ਤੇ ਮੈਨੂੰ ਬਸ ਇਹੋ ਹੀ ਚਾਹੀਦਾ ਕਿ ਆ ਸੇਵਕ ਭਈ ਸਾਡੇ ਕੋਲ ਬਹਿ ਜਾ, ਬਸ ਇਹੋ ਹੀ ਆਪ ਦੇ ਮੁਖ ਤੋਂ ਸੁਣਨਾ ਚਾਹੁੰਦਾ ਹਾਂ। ਸੁਨ ਸਤਿਗੁਰ ਕਰਨਾ ਰਸ ਢਰੇ, ਮੇਰੇ ਸਤਿਗੁਰੂ ਜੀ ਕਿਰਪਾ ਰਸ ਵਿੱਚ ਢਲ ਗਏ ਹਨ। ਤਤ ਛਿਨ ਮਹਿ ਨਿਹਾਲ ਤਿਸ ਕਰੇ, ਤੇ ਝੱਟ ਹੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਨਿਹਾਲ ਕਰ ਦਿੱਤਾ ਬਖਸ਼ਿਸ਼ ਕਰਕੇ। ਬਸਤਰ ਬਿਸਦ ਪਹਿਰਾਏ ਨਵੀਨ, ਨਵੇਂ ਸੋਹਣੇ ਕਹਿੰਦੇ ਵਸਤਰ ਪਹਿਰਾ ਦਿੱਤੇ ਹਨ ਇਸ ਨੂੰ। ਮਸਤਕ ਪਰ ਨਿਜ ਕਰ ਧਾਰ ਦੀਨ, ਇਹਦੇ ਮੱਥੇ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ ਸਤਿਗੁਰਾਂ ਨੇ। ਸਤਨਾਮ ਮੁਖ ਮੰਤਰ ਕਹਾਇਓ, ਤੇ ਮੇਰੇ ਸਤਿਗੁਰਾਂ ਨੇ ਇਸ ਦੇ ਮੁਖ ਤੋਂ ਸਤਨਾਮ ਜਿਹੜਾ ਹੈ ਵਾਹਿਗੁਰੂ ਉਚਾਰਨ ਕਰਵਾਇਆ। ਗੰਗੋ ਸ਼ਾਹੋ ਕਹਿ ਨਾਮ ਬੁਲਾਇਓ, ਤੇ ਹਜੂਰ ਨੇ ਇਸ ਨੂੰ ਬੁਲਾਇਆ, ਗੰਗੋ ਸ਼ਾਹ ਕਰਕੇ ਬਚਨ ਕੀਤਾ। ਭਗਤ ਮੁਕਤ ਨਿਧ ਸਿੱਧ ਤੋਹਿ ਦੀਨੀ, ਭਗਤੀ ਮੁਕਤੀ ਰਿੱਧੀਆਂ ਸਿੱਧੀਆਂ ਸਭ ਬਖਸ਼ ਦਿੱਤੀਆਂ ਹਨ। ਗ੍ਰਹਿ ਕੋ ਗਮਨੋ ਆਗਿਆ ਕੀਨੀ, ਤੇ ਹੁਕਮ ਕੀਤਾ ਚੰਗਾ ਹੁਣ ਚਲਾ ਜਾ ਘਰ। ਮੇਰੇ ਧੰਨ ਗੁਰੂ ਪਾਤਸ਼ਾਹ ਜੀ ਇਹ ਨਹੀਂ ਵੀ ਚਰਨਾਂ 'ਚ ਆ ਗਏ ਤੇ ਜੋਗੀਆਂ ਕੰਨ ਪਾੜ ਕੇ ਮੁੰਦਰਾ ਪਾ ਦੇ ਮੁੜ ਨਾ ਜਾਏ ਕਿਤੇ। ਹਜੂਰ ਪੂਰਨ ਪੁਰਖ ਬਣਾ ਕਰਕੇ ਘਰ ਤੋਰਦੇ ਹਨ, ਚੱਲ ਪਈ ਗ੍ਰਸਥ ਵਿੱਚ ਜਾ ਕਰਕੇ ਆਨੰਦ ਮਾਣ ਹੁਣ। ਆਪਣੀ ਸੰਗਤ ਕੀ ਜਿਹ ਜਾਏ, ਪਰ ਹੁਣ ਕੀ ਕਰਨਾ ਜਾ ਕੇ, ਕਹਿੰਦੇ ਸ਼ਾਹੂਕਾਰੇ ਛੱਡੇ। ਹੁਣ ਅੱਗੇ ਤੂੰ ਝੂਠੇ ਧਨ ਦਾ ਸ਼ਾਹੂਕਾਰ ਸੀ, ਹੁਣ ਸੱਚੇ ਧਨ ਦਾ ਸ਼ਾਹੂਕਾਰ ਬਣਾਇਆ। ਸਾਚਾ ਧਨ ਗੁਰਮਤੀ ਪਾਏ, ਹੁਣ ਜਾ ਕਰਕੇ ਇਹ ਨਾਮਦਾਨ ਬਖਸ਼ ਕਰਕੇ ਸੰਗਤ ਬਣਾਉਣੀ ਹੈ। ਗੁਰ ਸਿੱਖੀ ਕੀ ਰੀਤ ਚਲਾਏ, ਗੁਰਸਿੱਖੀ ਦੀ ਮਰਜ਼ਾਦਾ ਚਲਾਓ ਜਾ ਕੇ। ਅਜਮਤ ਜੁਤ ਕਰਕੇ ਸੋ ਪਠਾਇਓ, ਸੋ ਅਜਮਤ ਕਰਾਮਾਤ ਦੇ ਸਮੇਤ ਕਰਕੇ ਹਜੂਰ ਨੇ ਭੇਜਿਆ ਹੈ ਇਸ ਨੂੰ। ਪਾਏ ਬਖਸ਼ ਪੁਨ ਸੀਸ ਨਿਵਾਇਓ, ਬਖਸ਼ਿਸ਼ ਪ੍ਰਾਪਤ ਕਰਕੇ ਝੁਕਿਆ ਚਰਨਾਂ ਗੁਰੂ ਦਿਆਂ ਤੇ। ਵਿਦਾ ਹੋਏ ਕਰ ਸਦਨ ਸੁਧਾਰਾ, ਹਜੂਰ ਤੋਂ ਵਿਦਾ ਹੋ ਕੇ ਘਰ ਨੂੰ ਚਲਾ ਗਿਆ। ਧਿਆਨ ਹਿਰਦੇ ਸਤਿਗੁਰ ਕੋ ਧਾਰਾ, ਤੇ ਮੇਰੇ ਸਤਿਗੁਰਾਂ ਦਾ ਹਿਰਦੇ ਵਿੱਚ ਧਿਆਨ ਧਾਰਨ ਕਰ ਲਿਆ ਭਾਗਾਂ ਵਾਲੇ ਨੇ। ਬਹੁ ਪ੍ਰਕਾਰ ਕੀ ਉਸਤਤ ਕਰ ਕੈ, ਬੜੀ ਭਾਰੀ ਗੁਰੂ ਦੀ ਮਹਿਮਾ ਕੀਤੀ ਇਸਨੇ। ਭਇਓ ਨਿਹਾਲ ਸੋ ਅਜਮਤ ਧਰ ਕੈ, ਨਾਲੇ ਸ਼ਕਤੀਆਂ ਕਰਾਮਾਤਾਂ ਪ੍ਰਾਪਤ ਨਿਹਾਲ ਹੋਇਆ ਤੇ ਗੁਰੂ ਦੀ ਮਹਿਮਾ ਕਰਦਾ ਹੈ। ਜਾਏ ਸਦਨ ਮੈਂ ਸੰਗਤ ਕੀਨ, ਜਾ ਕਰਕੇ ਘਰ ਵਿੱਚ ਇਸ ਨੇ ਸੰਗਤ ਬਣਾਈ ਹੈ, ਸਤਸੰਗ ਬਣਾਇਆ, ਸੰਗਤੋਂ ਨਾਮ ਜਪਾਇਆ। ਸਤਿਗੁਰ ਨਾਮ ਜਪਾਵਨ ਦੀਨ, ਮੇਰੇ ਸਤਿਗੁਰੂ ਜੀ ਦਾ ਨਾਮ ਜਿਹੜਾ ਇਹਨਾਂ ਨੂੰ ਦਿੱਤਾ ਜਪਣ ਵਾਸਤੇ। ਜਿਸ ਕੋ ਬਚਨ ਕਹੇ ਫੁਰ ਜਾਏ, ਤੇ ਜੋ ਬਚਨ ਕਰਦਾ ਸਤ ਹੋ ਜਾਂਦਾ ਤੇ ਸੰਗਤਾਂ ਆਪੇ ਜੁੜਦੀਆਂ ਹਨ। ਹੋਵਤ ਭਏ ਸਿੱਖ ਸਮੁਦਾਏ, ਤੇ ਬਹੁਤ ਸਾਰੇ ਜਿਹੜੇ ਸਿੱਖ ਨੇ ਆਣ ਕਰਕੇ ਇਸ ਦੇ ਨਾਲ ਬਣ ਗਏ ਹਨ। ਅਬ ਲਗ ਤਿਸ ਕੇ ਜਾਣੇ ਜਾਏ, ਹੁਣ ਤੱਕ ਭਾਈ ਸਾਹਿਬ ਜੀ ਗਵਾਹੀ ਦਿੰਦੇ ਨੇ ਕਿ ਉਸ ਭਾਈ ਗੰਗੋ ਸਾਹ ਦੇ ਸਿੱਖ ਜਾਣੇ ਜਾਂਦੇ ਹਨ। ਕਵ ਸੰਤੋਖ ਸਿੰਘ ਪੂਰਨ ਧਿਆਏ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਅਸੀਂ ਇਤਿਹਾਸ ਨੂੰ ਪੂਰਨ ਕੀਤਾ। ਤਾਂ ਭਾਈ ਗੰਗੋ ਸ਼ਾਹ ਨੇ ਜਿਹਨਾਂ ਨੂੰ ਸਿੱਖੀ ਨਾਲ ਜੋੜਿਆ ਉਹ ਗੰਗੋ ਸ਼ਾਹੀਏ ਵੱਜੇ ਨੇ। ਮੇਰੇ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਰਹਿਮਤ ਹੋਈ ਹੈ। ਧੰਨ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ। ਸੋ ਸਾਡੇ ਤੇ ਵੀ ਐਸੀ ਬਖਸ਼ਿਸ਼ ਮਿਹਰ ਹੋਵੇ। ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ। ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਜਿਸ ਕੋ ਬਚਨ ਕਹੇ ਫੁਰ ਜਾਏ, ਹੋਵਤ ਭਏ ਸਿੱਖ ਸਮੁਦਾਏ। ਅਬ ਲਗ ਤਿਸ ਕੇ ਜਾਣੇ ਜਾਏ, ਕਵ ਸੰਤੋਖ ਸਿੰਘ ਪੂਰਨ ਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।